सतगुर कृपा निधान जी, करत अनेक बिलास। चाहत धर्म स्थापने, दुष्टन करन विनाश। खालसा वाहिगुरु जी की फतेह। परम सन्मान योग सत्कार योग गुरु का खास रूप गुरु खालसा साध संगत जी संता दे पात्र हो। तिलक ते जंजू दे राखे साहिब नौवें पातशाह। तिलक जंजू राखा प्रभ ताका, कीनो बड्डो कल्लू मैं साका। दीन दयाल सतगुरु भगत वचल सतगुरु, अपने सेवकां दे पड़दे कज्जण वाले सतगुरु श्री गुरु तेग बहादुर साहब जी दे पवित्र पावन चरण छो प्राप्त इतिहासक स्थान ते और जुगो जोगा टल सतगुरु श्री गुरु ग्रंथ साहब जी की पवित्र हजूरी च निता प्रति हाजरियां भर के सतगुरु जी की पावन पवित्र कल्याणकारी कथा बहुत ही अदब सत्कार ते शरदा सहित आप जी सरवण कर रहे हो। सुन हर कथा उतारी मैल। सतगुरु जी अमृत कथा है जिसनों सरवण करके अंतःकरण की जो मैल है तिस दी निर्वृत्ति हुंदी है। कलगीधर जी ने होले महल्ले का जोड़ मेला श्री आनंदपुर साहब विखे मनाया है। बेअंत संगतां दूरों दराडियों चौं दिशावां तो चल के होले महल्ले का समागम मनाउण निमित्त श्री आनंदपुर साहब आण के एकत्र होईयां हन। साहब जी दे दरबार सजे ने। गुरदेव दे सजे दरबारां विच बेअंत रागी सिंह हाजिर होए ने। बड़े बड़े सुंदर राग जिन्हां दा जिक्र आप जी ने सरवण कीता है। वो बड़े बड़े गवैये लोग गंधर्व लोग खालसई बोले दे विच कोई बहुत सुंदर कीर्तन करे रागी सिंह नूं गंधर्व सिंह कहिंदे हन, क्योंकि जो गंधर्व ने ये भी गाण वाले हन करते हैं। जैसे गुरबाणी का महावाक है हा हू गंधर्व या पच्छरा, ये भी अकाल पुरख वाहिगुरु परमेश्वर की सिफत गायन करते हैं। बड़े बड़े सुंदर राग गवैये लोग गायन करते हैं। कलगीधर जी पासों बेअंत मान सत्कार खुली माया दे गफ्फे तिन्हां नूं प्राप्त हुंदे हन। संगतां ने सतगुरां दे दर्शन दिदारे कीते ने, जथा शक्त भेटावां अर्पण कीतियां हन। कलगियां वाले पातशाह जी की ये पावन पवित्र अमृत कथा है। भाई आओ मन विरतियां एकाग्र करके दशमेश पातशाह जी की पवित्र अमृत कथा सरवण करिए। जिथे शरीर करके हाजरियां भर उत्थे अपनियां सुरतियां दी हाजरी गुरु चरनां विच लवाउंदियां होयां समूह माई भाई आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सतगुर कृपा निधान जी, करते अनेक बिलास। सतगुरु कलगीधर जी जो कृपा दे निधान कृपा दे खजाने हैं।
ਐਸੇ ਕਿਰਪਾ ਦੇ ਨਿਧ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਨੇ। ਇਸੇ ਕਰਕੇ ਜਦੋਂ 6ਵੇਂ ਪਾਤਸ਼ਾਹ ਦੀ ਕਥਾ ਲਿਖੀ ਗਈ, ਦਸਮੇਸ਼ ਪਾਤਸ਼ਾਹ ਜੀ ਦੀ ਕਥਾ ਲਿਖੀ ਗਈ ਪੁਰਾਣੇ ਵਿਦਵਾਨਾਂ ਵੱਲੋਂ, ਤਾਂ ਉਹਨਾਂ ਗ੍ਰੰਥਾਂ ਦਾ ਨਾਮ ਰੱਖਿਆ ਗਿਆ ਗੁਰਬਿਲਾਸ। ਜੈਸੇ ਗੁਰਬਿਲਾਸ ਪਾਤਸ਼ਾਹੀ 6ਵੇਂ ਪਾਤਸ਼ਾਹ ਦਾ ਇਤਿਹਾਸ, ਇਸੇ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖਿਆ ਗਿਆ ਭਾਈ ਸੁੱਖਾ ਸਿੰਘ ਜੀ ਵੱਲੋਂ, ਭਾਈ ਕੁਇਰ ਸਿੰਘ ਜੀ ਵੱਲੋਂ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਉਹ ਬਿਲਾਸ ਰੂਪ ਹਨ। ਬਿਲਾਸ ਦਾ ਮਤਲਬ ਹੁੰਦਾ ਸਾਹਿਬ ਦੇ ਆਪਣੇ ਨਿੱਜੀ ਚੋਜ, ਜੋ ਕਰ ਰਹੇ ਨੇ ਕਰਕੇ ਫਿਰ ਵੀ ਉਹਨਾਂ 'ਚ ਲਿਪਾਏਮਾਨ ਨਹੀਂ ਹਨ। ਐਸੇ ਦਇਆਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ, ਕਿਉਂਕਿ ਗੁਰਦੇਵ ਦਾ ਆਪਣਾ ਮੁਖ ਵਾਕ ਹੈ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਹਾਂਜੀ। ਚਾਹਤ ਧਰਮ ਸਥਾਪਨੇ, ਦੁਸ਼ਟਨ ਕਰਨ ਬਿਨਾਸ਼। ਸਤਿਗੁਰੂ ਜੀ ਧਰਮ ਦੀ ਸਥਾਪਨਾ ਕਰਨਾ ਚਾਹੁੰਦੇ ਨੇ, ਖਾਲਸੇ ਪੰਥ ਦੀ ਸਾਜਨਾ ਕਰਨਾ ਚਾਹੁੰਦੇ ਨੇ, ਔਰ ਪੰਥ ਦੀ ਧਰਮ ਦੀ ਸਥਾਪਨਾ ਕਰਕੇ ਜਿਹੜੇ ਦੁਸ਼ਟ ਨੇ, ਦੋਖੀ ਨੇ, ਉਹਨਾਂ ਦਾ ਵਿਨਾਸ਼ ਕਰਨਾ ਚਾਹੁੰਦੇ ਆ। ਦੁਸ਼ਟ ਦੋਖੀਆਂ ਪਕੜ ਪਛਾਰੋਂ, ਦੁਸ਼ਟਾਂ ਦੋਖੀਆਂ ਜਰਵਾਣਿਆਂ ਦਾ ਕਲਗੀਧਰ ਸਵਾਮੀ ਜੀ ਨਾਸ ਕਰਨਾ ਚਾਹੁੰਦੇ ਹਨ, ਔਰ ਧਰਮ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਚੌਪਈ ਜਬੈ ਬਸੋਏ ਕੋ ਦਿਨ ਆਵੈ। ਹੋਲੇ ਮਹੱਲੇ ਦਾ ਸਮਾਗਮ ਲੰਘਿਆ ਤੇ ਵਿਸਾਖੀ ਦਾ ਜੋੜ ਮੇਲਾ ਆਇਆ ਹੈ। ਬਸੋਏ ਦਾ ਮਤਲਬ ਹੁੰਦਾ ਹੈ ਵਿਸਾਖੀ। ਕਹਿੰਦੇ ਵਿਸਾਖੀ ਦਾ ਜਦੋਂ ਦਿਨ ਆਉਂਦਾ ਹੈ, ਚੌਂ ਦਿਸ਼ ਤੇ ਸੰਗਤ ਉਮਡਾਵੇ। ਵਿਸਾਖੀ ਦੇ ਜੋੜ ਮੇਲੇ ਤੇ ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਉਮੜ ਕੇ ਜੋ ਹੋਲੇ ਮਹੱਲੇ ਤੇ ਨਹੀਂ ਆ ਸਕੇ, ਉਹ ਫਿਰ ਵਿਸਾਖੀ ਦੇ ਪੁਰਬ ਤੇ ਚੱਲ ਕੇ ਗੁਰਦੇਵ ਦੇ ਚਰਨਾਂ ਵਿੱਚ ਆਉਂਦੇ ਹਨ। ਜਿਮ ਗਰੀਮਕ ਬੀਤੇ ਜਿਸ ਕਾਲ। ਹਾਂ, ਕਹਿੰਦੇ ਜੈਸੇ ਗਰੀਖਮ ਰੁੱਤ, ਗਰੀਖਮ ਦਾ ਮਤਲਬ ਹੁੰਦਾ ਗਰਮੀ, ਜੈਸੇ ਗਰੀਖਮ ਦੀ ਰੁੱਤ, ਗਰਮੀ ਦੀ ਰੁੱਤ ਬੀਤਦੀ ਹੈ। ਜਿਵੇਂ ਆ ਜੇਠ ਹਾੜ ਦੇ ਜਿਹੜੇ 2 ਮਹੀਨੇ ਨੇ, ਇਹ ਗਰਮੀ ਦੀ ਰੁੱਤ ਹੈ। ਕਹਿੰਦੇ ਜਿਵੇਂ ਗਰਮੀ ਦੀ ਰੁੱਤ ਬੀਤਣ ਤੋਂ ਬਾਅਦ ਚੌਂ ਦਿਸ਼ ਉਮੜੇ ਘਟਾ ਵਿਸਾਲ। ਚਾਰੇ ਪਾਸਿਓਂ ਫਿਰ ਸਾਵਣ ਭਾਦਰੋਂ ਦੇ ਮਹੀਨੇ ਵਿੱਚ ਕਾਲੇ ਰੰਗ ਦੇ ਬੱਦਲ, ਕਾਲੇ ਰੰਗ ਦੀਆਂ ਘਟਾਵਾਂ ਉਮੜ ਉਮੜ ਕੇ ਆਉਂਦੀਆਂ ਹਨ। ਪ੍ਰੇਮ ਤਰੇ ਆਨੰਦਪੁਰ ਆਵਤ। ਇਸੇ ਤਰ੍ਹਾਂ ਗੁਰਸਿੱਖ ਵੀ ਉਹਨਾਂ ਬੱਦਲਾਂ ਵਾਂਗੂ ਚਾਰਾਂ ਪਾਸਿਆਂ ਤੋਂ ਗੁਰਦੇਵ ਦਾ ਹਿਰਦੇ 'ਚ ਪ੍ਰੇਮ ਧਾਰਨ ਕਰਕੇ ਉਮੜ ਉਮੜ ਕੇ ਚੱਲ ਕੇ ਆਉਂਦੇ ਹਨ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ। ਸ਼ਬਦ ਅਖੰਡ ਕੀਰਤਨ ਗਾਵਤ। ਔਰ ਸਤਿਗੁਰਾਂ ਦੇ ਸ਼ਬਦਾਂ ਦਾ ਅਖੰਡ ਕੀਰਤਨ ਗਾਇਨ ਕਰਦੇ ਨੇ। ਇਹ ਜਦੋਂ ਅਖੰਡ ਕੀਰਤਨ ਸ਼ਬਦ ਵਰਤਿਆ ਜਾਂਦਾ ਨਾ, ਇਹਦਾ ਮਤਲਬ ਹੈ ਲਗਾਤਾਰ ਨਿਰੰਤਰ ਕੀਰਤਨ ਹੋਣਾ, ਬਿਨਾਂ ਵਿਘਨ ਤੋਂ, ਬਿਨਾਂ ਕਿਸੇ ਪ੍ਰਕਾਰ ਦੇ ਫਰਕ ਤੋਂ। ਕੀਰਤਨ ਔਰ ਕਥਾ, ਇਹ ਗੁਰੂ ਘਰ ਦੇ ਵਿੱਚ 2 ਵੱਖਰੇ ਵੱਖਰੇ ਨਾਲ ਕਨਸੈਪਟ ਚੱਲਦੇ ਹੈ। ਕੀਰਤਨ ਅਖੰਡ ਹੀ ਹੋਣਾ ਚਾਹੀਦਾ। ਜਦੋਂ ਕਥਾ ਹੋਵੇ ਫਿਰ ਕਥਾ ਹੀ ਹੋਵੇ, ਜਦੋਂ ਕੀਰਤਨ ਹੋਵੇ ਫਿਰ ਕੀਰਤਨ ਹੀ ਹੋਵੇ। ਤੋ ਲਗਾਤਾਰ ਨਿਰੰਤਰ ਅਖੰਡ ਕੀਰਤਨ ਗੁਰੂ ਕੇ ਸਿੱਖ ਜਿਹੜੇ ਨੇ, ਗੁਰੂ ਕੀ ਸੰਗਤ ਉਹ ਕਰਦੀ ਹੈ। ਅੱਜ ਵੀ ਸ੍ਰੀ ਦਰਬਾਰ ਸਾਹਿਬ ਜਾਓ, ਅਖੰਡ ਕੀਰਤਨ ਹੁੰਦਾ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿੱਥੇ ਆਪਾਂ ਬੈਠੇ ਹਾਂ, ਜਦੋਂ ਕੀਰਤਨ ਹੋਣਾ, ਕੀਰਤਨ ਹੀ ਹੋਣਾ। ਕੀਰਤਨ ਦੇ ਵਿੱਚ ਕਥਾ ਨਹੀਂ ਹੋਣੀ। ਕੀਰਤਨ ਦੀ ਸਮਾਪਤੀ ਹੋਣੀ ਹੈ, ਚੌਂਕੀ ਦੀ ਕਥਾ ਹੋਣੀ, ਕਥਾ ਦੀ ਸਮਾਪਤੀ ਤੋਂ ਬਾਅਦ ਫਿਰ ਕੀਰਤਨ ਹੋਣਾ। ਤੋ ਲਗਾਤਾਰ ਨਿਰੰਤਰ ਅਖੰਡ ਕੀਰਤਨ ਜੋ ਹੈ, ਉਹ ਗੁਰਸਿੱਖ ਜਿਹੜੇ ਨੇ ਲਗਾਤਾਰ
ਕਰਦੇ ਹਨ, ਸਰਵਣ ਕਰਦੇ ਹਨ। ਜਨ ਚਾਖਤ ਅੰਮ੍ਰਿਤ ਧਾਰਾ। ਜਨ ਦਾ ਮਤਲਬ ਹੁੰਦਾ ਮਾਨੋ। ਮਾਨੋ ਕੀਰਤਨ ਨਹੀਂ ਗਾ ਰਹੇ, ਮਾਨੋ ਅੰਮ੍ਰਿਤ ਦੀਆਂ ਜਿਹੜੀਆਂ ਧਾਰਾਵਾਂ ਨੇ ਝਿਮ ਝਿਮ ਕਰਕੇ ਵਰਸਣ ਵਾਲੀਆਂ, ਉਹਨਾਂ ਅੰਮ੍ਰਿਤ ਧਾਰਾਵਾਂ ਨੂੰ ਗੁਰਸਿੱਖ ਕੀਰਤਨ ਦੁਆਰਾ ਚਖਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਮਾਨੋ ਇਹ ਝਿਮ ਝਿਮ ਮੀਂਹ ਦੀਆਂ ਬੂੰਦਾਂ ਨੇ ਜਿਹੜੀਆਂ ਲਗਾਤਾਰ ਨਿਰੰਤਰ ਵਰਦੀਆਂ ਨੇ, ਔਰ ਗੁਰੂ ਕੇ ਸਿੱਖ ਇਹਨਾਂ ਅੰਮ੍ਰਿਤ ਦੀਆਂ ਬੂੰਦਾਂ ਨੂੰ ਆਪਣੀ ਰਸਨਾ ਤੋਂ ਪੜ੍ਹ ਪੜ੍ਹ ਕੇ ਇਹਨੂੰ ਚਖਦੇ ਨੇ, ਇਹਦਾ ਜਿਹੜਾ ਸਵਾਦ ਹੈ ਉਹ ਚਖਦੇ ਹਨ। ਦਰਸ਼ਨ ਕਰੇ ਆਨੰਦ ਉਦਾਰਾ। ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ ਬੜੇ ਭਾਰੀ ਆਨੰਦ ਵਿੱਚ, ਬੜੀ ਭਾਰੀ ਖੁਸ਼ੀ ਦੇ ਨਾਲ ਦਰਸ਼ਨ ਕਰਦੇ ਹਨ ਸਿੱਖ। ਧੰਨੀ ਕੇਪ ਸੋ ਚੰਗ ਸਿਆਲਾ। ਸੰਗਤ ਕਿੱਥੋਂ ਕਿੱਥੋਂ ਆਈ ਆ, ਉਹਨਾਂ ਇਲਾਕਿਆਂ ਦਾ ਜ਼ਿਕਰ ਹੋ ਰਿਹਾ ਹੈ। ਹੁਣ ਤਾਂ ਉਹਨਾਂ ਇਲਾਕਿਆਂ ਵਿੱਚੋਂ ਸੰਗਤ ਜਦੋਂ ਆ ਦੇਸ਼ ਦੀ ਵੰਡ ਹੋਈ ਸਿਮਟ ਗਈ, ਜਿਹੜੇ ਗੁਰਸਿੱਖ ਉਸ ਵੇਲੇ ਉਹਨਾਂ ਇਲਾਕਿਆਂ ਵਿੱਚ ਰਹਿ ਗਏ, ਉਹਨਾਂ ਨੂੰ ਬਾਅਦ ਵਿੱਚ ਬੜੀਆਂ ਪਰੇਸ਼ਾਨੀਆਂ ਝੱਲਣੀਆਂ ਪਈਆਂ। ਹੁਣ ਵੀ ਕੁਝ ਅਫਗਾਨਿਸਤਾਨ ਦੇ ਇਲਾਕੇ 'ਚ ਸਿੱਖ ਨੇ ਜਿਨ੍ਹਾਂ ਨੂੰ ਬੜੀ ਪਿੱਛੇ ਜੀ ਗੁਰੂ ਘਰ ਦੇ ਵਿੱਚ ਗੁਰਬਾਣੀ ਪੜ੍ਹਨ ਵਾਲਿਆਂ ਦੇ ਉੱਤੇ ਹਮਲਾ ਹੋਇਆ, ਔਰ ਕਿਤਨੇ ਸਿੱਖ ਜਿਹੜੇ ਨੇ ਉਹ ਸ਼ਹੀਦ ਹੋ ਗਏ। ਤੋ ਉੱਥੋਂ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਪਲਾਇਨ ਕਰਕੇ ਕੁਝ ਦੇਸ਼ ਵਿੱਚ ਹਿੰਦੁਸਤਾਨ 'ਚ ਆ ਗਏ ਨੇ, ਕੁਝ ਦੂਸਰਿਆਂ ਦੇਸ਼ਾਂ ਵਿੱਚ ਚਲੇ ਗਏ ਨੇ। ਪਰ ਗੁਰੂ ਸਾਹਿਬ ਜੀ ਦੇ ਸਮੇਂ ਨਾ ਸਾਰੇ ਇਲਾਕਿਆਂ 'ਚ ਬਹੁਤ ਜ਼ਿਆਦਾ ਗੁਰਸਿੱਖੀ ਸੀ। ਕਿਹੜੇ ਕਿਹੜੇ ਇਲਾਕੇ ਨੇ? ਧੰਨੀ, ਘੇਪ, ਝੰਗ, ਸਿਆਲਾ, ਇੱਥੋਂ ਦਾ ਜਿਹੜਾ ਇਲਾਕਾ ਉੱਥੋਂ ਸਿੱਖ ਚੱਲ ਕੇ ਆਏ ਨੇ। ਆਵਤ ਲੰਮੇ ਦੇਸ਼ ਵਿਸਾਲਾ। ਲੰਮੇ ਦੇਸ਼ ਤੋਂ ਚੱਲ ਕੇ ਸਿੱਖ ਆਏ ਹਨ ਵਿਸ਼ਾਲ। ਔਰ ਮੁਲਤਾਨ ਦੇਸ਼ ਮਨ ਕੇਰਾ। ਮੁਲਤਾਨ ਦੇ ਇਲਾਕੇ ਤੋਂ ਬਹੁਤ ਸਾਰੇ ਦੇਸ਼ ਨੇ। ਫਿਰ ਜ਼ਿਲ੍ਹਾ ਮੀਆਂ ਵਾਲੀ ਜਿਸ ਨੂੰ ਕਹਿੰਦੇ ਹਨ, ਉੱਥੋਂ ਵੀ ਬਹੁਤ ਸਾਰੀ ਸੰਗਤ ਚੱਲ ਕੇ ਆਈ ਹੈ। ਨਰ ਪਸ਼ੋਰ ਕੇ ਪ੍ਰੇਮ ਕਨੇਰਾ। ਪਿਸ਼ੌਰ ਤੋਂ, ਪਿਸ਼ਾਵਰ ਤੋਂ ਬਹੁਤ ਸਾਰੇ ਪ੍ਰੇਮੀ ਸਿੱਖ। ਭਾਈ ਜੋਗਾ ਸਿੰਘ ਜੀ ਵੀ ਪਿਸ਼ਾਵਰ ਦੇ ਹੀ ਰਹਿਣ ਵਾਲੇ ਸਨ। ਤੋ ਇਸ ਤਰ੍ਹਾਂ ਪਿਸ਼ਾਵਰ ਤੋਂ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਪ੍ਰੇਮੀ ਸਿੱਖ ਨੇ ਉਹ ਚੱਲ ਕੇ ਆਏ ਹਨ। ਕਾਬਲ, ਖੁਰਾਸਾਨ, ਕੰਧਾਰਾ। ਕਾਬਲ ਤੋਂ, ਖੁਰਾਸਾਨ ਤੋਂ, ਕੰਧਾਰ ਤੋਂ, ਬਲਖ ਬੁਖਾਰਾ ਆਏ ਹਜ਼ਾਰਾ। ਬਲਖ ਬੁਖਾਰੇ ਤੋਂ ਲੈ ਕੇ ਹਜ਼ਾਰਾਂ ਸਿੱਖ ਆਏ ਹਨ। ਕਹਿ ਲਗ ਗਿਨੀਏ ਪਸ਼ਚਮ ਬਾਸੀ। ਕਿੱਥੋਂ ਤੱਕ ਗਿਣਤੀ ਕਰੀਏ, ਪੱਛਮ ਦਿਸ਼ਾ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਇਹਨਾਂ ਇਲਾਕਿਆਂ 'ਚ ਉੱਥੋਂ ਆਏ ਹਨ। ਆਏ ਸੰਗਤਾਂ ਹੋਤੇ ਹੁਲਾਸੀ। ਬੇਅੰਤ ਸੰਗਤਾਂ ਬੜੇ ਹੁਲਾਸ ਨਾਲ, ਬੜੀ ਖੁਸ਼ੀ ਦੇ ਨਾਲ ਉਹ ਚੱਲ ਕੇ ਆਈਆਂ ਹਨ। ਸਫਲ ਜਨਮ ਦਰਸ਼ਨ ਕਰ ਜਾਣੇ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰਸਿੱਖ ਆਪਣਾ ਜੀਵਨ ਸਫਲ ਹੋਇਆ ਜਾਣਦੇ ਹਨ। ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰਸਿੱਖਾਂ ਦਾ ਜੀਵਨ ਸਫਲ ਹੁੰਦਾ ਹੈ। ਐਸਾ ਸਿੱਖਾਂ ਦਾ ਪਿਆਰ ਹੈ। ਬਹੁ ਮੋਲੀ ਭੇਟਾ ਗਨਿਆਨੇ। ਬੜੀਆਂ ਬੜੀਆਂ ਕੀਮਤੀ ਵਸਤੂਆਂ, ਬਹੁ ਮੁੱਲੀਆਂ ਵਸਤੂਆਂ, ਉਹ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਆਉਂਦੇ ਹਨ। ਸੁਤ ਬਨਤਾ ਕੋ ਲੈ ਕਰ ਸਾਥ। ਆਪਣਿਆਂ ਪੁੱਤਰਾਂ ਨੂੰ, ਧੀਆਂ ਨੂੰ ਨਾਲ ਲੈ ਕੇ, ਘਰ ਵਾਲੀਆਂ ਨੂੰ ਨਾਲ ਲੈ ਕੇ, ਪਰਿਵਾਰਾਂ ਸਮੇਤ ਗੁਰਸਿੱਖ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ। ਪਰਮ ਪੁਨੀਤ ਹੋਏ ਪਿਖਨਾਥ। ਜਿਹੜਾ ਵੀ ਆ ਕੇ ਦਰਸ਼ਨ ਕਰਦਾ ਉਹ ਸ੍ਰੇਸ਼ਟ ਹੋ ਜਾਂਦਾ ਹੈ, ਪੁਨੀਤ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਤਿਨਾਂ ਨੂੰ ਪਵਿੱਤਰਤਾ ਹਾਸਲ ਹੋ ਜਾਂਦੀ ਹੈ। ਨੇਤਰ ਸਫਲ ਹੋ ਜਾਂਦੇ ਨੇ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ। ਪੈਰ ਸਫਲੇ ਹੋ ਜਾਂਦੇ ਨੇ ਸਤਿਗੁਰਾਂ ਤੱਕ ਆਉਂਦਿਆਂ। ਹੱਥ ਪਵਿੱਤਰ ਹੋ ਜਾਂਦੇ ਨੇ ਮਹਾਰਾਜ ਜੀ ਨੂੰ ਸਪਰਸ਼ ਕੀਤਿਆਂ। ਚਲੀ ਸੰਭੂ ਸੰਗਤਾਂ ਆਵੇ। ਏਦਾਂ ਸਮੂਹਾਂ ਦੇ ਸਮੂਹ ਸੰਗਤਾਂ ਦੇ
ਚੱਲ ਕੇ ਵਹੀਰਾਂ ਘੱਤ ਕੇ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਹਿੰਦੂ ਗੁਰ ਕਿਸ ਨੇ ਪਾਵੈ। ਹੁਣ ਜਿਹੜੀਆਂ ਇਹ ਸੰਗਤਾਂ ਨੇ, ਸਤਿਗੁਰਾਂ ਦੇ ਸਿੱਖ ਨੇ, ਇਹ ਨਾ ਤਾਂ ਹਿੰਦੂਆਂ ਨੂੰ ਚੰਗੇ ਲੱਗਦੇ ਨੇ, ਨਾ ਹੀ ਮੁਸਲਮਾਨਾਂ ਨੂੰ ਚੰਗੇ ਲੱਗਦੇ ਆ। ਇਹ ਮੋਟਾ ਸੁਰਮਾ ਆ ਖਾਲਸਾ, ਹਰ ਇੱਕ ਦੀ ਅੱਖ ਦੇ ਵਿੱਚ ਰੜਕਦਾ ਹੈ। ਕਹਿੰਦੇ ਜਦੋਂ ਸੰਗਤ ਚੱਲ ਕੇ ਆਉਂਦੀ ਹੈ, ਗੁਰਸਿੱਖ ਚੱਲ ਕੇ ਆਉਂਦੇ ਨੇ, ਰਸਤੇ ਵਿੱਚ ਇਹਨਾਂ ਸਿੱਖਾਂ ਦੀ ਚਾਲ ਢਾਲ ਜਦੋਂ ਲੋਕ ਵੇਖਦੇ ਨੇ, ਨਾ ਹਿੰਦੂਆਂ ਨੂੰ ਭਾਉਂਦੇ ਨੇ, ਨਾ ਹੀ ਇਹ ਮੁਸਲਮਾਨਾਂ ਨੂੰ ਚੰਗੇ ਲੱਗਦੇ ਨੇ। ਜੋ ਸਿਰ ਤੇ ਗੰਜਾ ਹੋਏ ਲਾਲ। ਕਹਿੰਦੇ ਜਿਵੇਂ ਕਹਾਵਤ ਹੈ ਨਾ ਵੀ ਕੋਈ ਸਿਰ ਤੋਂ ਗੰਜਾ ਹੋਵੇ ਨਾ ਤੇ ਲਾਲ ਜੀ ਟਿੰਡ ਨਿਕਲੀ ਹੋਵੇ ਗੰਜੇ ਬੰਦੇ ਦੀ, ਤਿਸੇ ਸੁਹਾਏ ਨਾ ਕੇਸ ਵਿਸਾਲ। ਸਿਰ ਤੋਂ ਗੰਜਾ ਬੰਦਾ ਤੇ ਲਾਲ ਜੀ ਟਿੰਡ ਖੁਰਕ ਖੁਰਕ ਕੇ ਨਿਕਲੀ ਹੋਵੇ ਤੇ ਕੇਸ ਇੱਕ ਨਾ ਹੋਵੇ ਗੰਜੇ ਦੇ ਸਿਰ ਤੇ। ਉਹਦੇ ਸਾਹਮਣੇ ਕੋਈ ਕੇਸਾਂ ਵਾਲਾ ਆਵੇਗਾ ਨਾ, ਉਹ ਵੇਖ ਕੇ ਇੱਕਦਮ ਖਿਝ ਜਾਂਦਾ ਹੈ। ਉਹਨੂੰ ਕੇਸਾਂ ਵਾਲਾ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਗੰਜਾ ਹੁੰਦਾ ਹੈ। ਕਿਸ ਬਿਦ ਕਰ ਜੋ ਕਾਨੋ ਹੋਏ। ਫਿਰ ਦੂਸਰੀ ਉਦਾਹਰਣ ਦਿੰਦੇ ਨੇ, ਕਹਿੰਦੇ ਕੋਈ ਅੱਖ ਤੋਂ ਕਾਣਾ ਹੋਵੇ ਨਾ, ਵੀ ਜਿਹਦੀ ਇੱਕ ਅੱਖ ਨਾ ਹੋਵੇ, ਤਿਸ ਨਾ ਸੁਖਾਵੈ ਸੁਟ ਦ੍ਰਿਗ ਜੋਏ। ਉਹਨੂੰ ਦੋ ਸੋਹਣੀਆਂ ਅੱਖਾਂ ਵਾਲਾ ਬੰਦਾ ਸਾਹਮਣੇ ਬੈਠਾ ਚੰਗਾ ਨਹੀਂ ਲੱਗਦਾ। ਕਾਣਾ ਬੰਦਾ ਹੋਵੇ ਨਾ, ਅੱਖ ਇੱਕ ਆਪਣੀ ਨਾ ਹੋਵੇ, ਦੋ ਅੱਖਾਂ ਜਿਹਦੀਆਂ ਬੜੀਆਂ ਸੁੰਦਰ ਹੋਣ, ਸੁਜਾਖਾ, ਉਹਨੂੰ ਚੰਗਾ ਨਹੀਂ ਲੱਗਦਾ ਕਾਣੇ ਨੂੰ। ਜੈ ਨਕਟੇ ਹੋਵੇ ਸਮੁਦਾਏ। ਜਿੱਥੇ ਸਾਰੇ ਨਕਟੇ ਹੀ ਹੋਣ, ਨੱਕ ਵੱਡੀਆਂ ਜੀਆਂ ਹੁਣ, ਨਕਟੇ ਦਾ ਮਤਲਬ ਵੀ ਮੂੰਹ ਤੇ ਨੱਕ ਹੀ ਨਾ ਹੋਣੀ, ਬਿਲਕੁਲ ਫੀਨੀ ਜੀ ਨੱਕ ਹੋਵੇ। ਕਹਿੰਦੇ ਜਿੱਥੇ ਸਾਰੇ ਨਕਟੇ ਰਹਿੰਦੇ ਹੋਣ, ਸੁੰਦਰ ਨਾਕ ਨ ਤਾਂ ਸੁਹਾਏ। ਉੱਥੇ ਕੋਈ ਕਿੰਸੁਕ ਦੇ ਫੁੱਲ ਵਰਗੀ ਨੱਕ ਵਾਲਾ ਸੋਹਣਾ ਬੰਦਾ ਆ ਜਾਏ, ਉਹ ਨੱਕ ਵਾਲਾ ਬੰਦਾ ਉਹਨਾਂ ਨੂੰ ਨਕਟਿਆਂ ਨੂੰ ਚੰਗਾ ਨਹੀਂ ਲੱਗਦਾ। ਤਿਮ ਸ਼੍ਰੀ ਸਤਿਗੁਰ ਕੀ ਸ਼ੁਭ ਸੰਗਤ। ਇਸੇ ਤਰ੍ਹਾਂ ਜਿਹੜੇ ਲੋਕ ਨੇ ਨਾ, ਹਿੰਦੂ ਮੁਸਲਮਾਨ, ਇਹਨਾਂ ਨੂੰ ਸਤਿਗੁਰੂ ਜੀ ਦੇ ਜਿਹੜੇ ਸਿੱਖ ਨੇ ਉਹ ਚੰਗੇ ਨਹੀਂ ਪਏ ਲੱਗਦੇ। ਜਿਵੇਂ ਗੰਜੇ ਨੂੰ ਵਾਲਾਂ ਵਾਲੇ ਨਹੀਂ ਨਾ ਚੰਗੇ ਲੱਗਦੇ, ਕਾਣੇ ਨੂੰ ਦੋ ਅੱਖਾਂ ਵਾਲੇ ਚੰਗੇ ਨਹੀਂ ਲੱਗਦੇ, ਇਸੇ ਤਰ੍ਹਾਂ ਨਕਟਿਆਂ ਨੂੰ ਨੱਕ ਵਾਲੇ ਚੰਗੇ ਨਹੀਂ ਲੱਗਦੇ। ਤੈਸੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਇਹਨਾਂ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਜਦੋਂ ਸਿੱਖਾਂ ਦਾ ਦੇਵਤਿਆਂ ਵਰਗਾ ਜੀਵਨ ਵੇਖਦੇ ਨੇ, ਗੁਰਸਿੱਖਾਂ ਦਾ ਉੱਚਾ ਸੁੱਚਾ ਜੀਵਨ ਤੱਕਦੇ ਹਨ, ਗੁਰਸਿੱਖਾਂ ਦੀ ਰਹਿਣੀ ਬਹਿਣੀ ਵੇਖਦੇ ਨੇ, ਉਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਗੁਰਸਿੱਖਾਂ ਦੀ ਮਰਿਆਦਾ, ਗੁਰਸਿੱਖ ਇਹਨਾਂ ਨੂੰ ਚੰਗੇ ਨਹੀਂ ਲੱਗਦੇ। ਦਿਨ ਪ੍ਰਤ ਨਿਕਸਤ ਨਹੀਂ ਸੁਰੰਗਤ। ਕਹਿੰਦੇ ਗੁਰੂ ਕੀ ਸੰਗਤ ਦਿਨ ਪ੍ਰਤੀ ਦਿਨ ਨਵੇਂ ਰੰਗ ਦੇ ਵਿੱਚ ਰੰਗੀ ਹੋਈ ਆਪਣੇ ਘਰਾਂ ਚੋਂ ਨਿਕਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਗੁਰੂ ਕੇ ਸਿੱਖ ਚੰਗੇ ਨਹੀਂ ਲੱਗਦੇ। ਸਾਰੇ ਹਿੰਦੂ ਮੁਸਲਮਾਨਾਂ ਦੀ ਗੱਲ ਨਹੀਂ ਹੈ, ਪਰ ਬਹੁਤੇ ਵਿੱਚੋਂ ਐਸੇ ਨੇ ਜਿਨ੍ਹਾਂ ਨੂੰ ਗੁਰੂ ਕੇ ਸਿੱਖ ਚੰਗੇ ਨਹੀਂ ਦਿਸਦੇ ਉਸ ਵੇਲੇ। ਗਾਵਤ ਭਜਨ ਕਰਤ ਗੁਰ ਆਵੇ। ਕਿਉਂਕਿ ਸੰਗਤਾਂ ਦਾ, ਗੁਰਸਿੱਖਾਂ ਦਾ ਜੀਵਨ ਦੇਵਤਿਆਂ ਵਰਗਾ ਹੈ। ਗੁਰਸਿੱਖ ਆਉਂਦੇ ਨੇ ਔਰ ਆਉਂਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਆਉਂਦੇ ਹਨ, ਬੜੇ ਸੋਹਣੇ ਰੰਗ ਦੇ ਵਿੱਚ ਰੰਗੇ ਹੋਏ ਭਜਨ ਕਰਦੇ ਆਉਂਦੇ ਹਨ। ਤੁਰਕ ਮੁਲਕ ਪਤੀ ਕੋ ਨੈ ਪਾਵੇ। ਉਸ ਵੇਲੇ ਤੁਰਕਾਂ ਦਾ ਰਾਜ ਹੈ, ਉਹਨਾਂ ਦਾ ਮੁਲਕ ਹੈ, ਉਹ ਰਾਜ ਹਿੰਦੁਸਤਾਨ ਦੇ ਮਾਲਕ ਨੇ। ਉਦੋਂ ਜਿਹੜੇ ਬਹੁਤ ਸਾਰੇ ਤੁਰਕ ਨੇ, ਉਹਨਾਂ ਨੂੰ ਗੁਰਸਿੱਖਾਂ ਦੀ ਇਹ ਰੋਹ ਰੀਤ, ਗੁਰਸਿੱਖਾਂ ਦੀ ਇਹ ਮਰਿਆਦਾ ਚੰਗੀ ਨਹੀਂ ਲੱਗਦੀ। ਦੇਖਤ ਹਿੰਦੂ ਨਕਲ ਬਨਾਵਤ। ਬਹੁਤ ਸਾਰੇ ਜਿਹੜੇ ਹਿੰਦੂ ਸਨ ਉਸ ਵੇਲੇ, ਉਹਨਾਂ ਨੂੰ ਵੀ ਸਿੱਖਾਂ ਦਾ ਇਹ ਨਵਾਂ ਜੀਵਨ, ਨਵੀਂ ਰੋਹ ਰੀਤੀ ਚੰਗੀ ਨਹੀਂ ਲੱਗਦੀ। ਉਹ ਨਕਲਾਂ ਲਾਉਂਦੇ ਆ ਸਿੱਖਾਂ ਦੀਆਂ, ਖਿਜਾਉਣ ਲਈ ਨਾ ਸਿੱਖਾਂ ਦੀਆਂ ਨਕਲਾਂ ਉਤਾਰਦੇ ਹਨ। ਕਰ ਕਰ ਆਪਸ ਮੈਂ ਹਰ ਖਾਵਤ। ਸਿੱਖਾਂ ਦੀਆਂ ਨਕਲਾਂ ਲਾ ਕੇ ਨਾ, ਆਪਸ ਵਿੱਚ ਨਕਲ ਉਤਾਰ ਕੇ ਗੁਰਸਿੱਖਾਂ ਦੀ ਫਿਰ ਹੱਸਦੇ ਨੇ ਖਿੜਖੜਾ ਕੇ। ਜਿਵੇਂ ਟਿੱਚਰਬਾਜੀ ਨਹੀਂ ਹੁੰਦੀ, ਉਹ ਟਿੱਚਰਬਾਜ਼ੀਆਂ ਕਰਦੇ ਹਨ। ਤੋ ਇਸ ਪ੍ਰਕਾਰ ਨਾਲ ਮਸ਼ਕਰੀਆਂ ਕਰਦੇ ਨੇ ਜਿਹੜੇ ਉਹ ਹਿੰਦੂ ਨੇ। ਬਹੁਤ ਸਾਰੇ ਹਿੰਦੂ, ਸਾਰਿਆਂ ਦੀ ਗੱਲ ਨਹੀਂ ਹੋ ਰਹੀ, ਸਾਰੇ ਮੁਸਲਮਾਨਾਂ ਦੀ ਵੀ ਗੱਲ ਨਹੀਂ ਹੋ ਰਹੀ, ਪਰ ਬਹੁਤ ਸਾਰਿਆਂ ਦੀ ਗਿਣਤੀ ਇਸ ਤਰ੍ਹਾਂ ਦੀ ਹੈ ਜਿਹੜੇ ਗੁਰਸਿੱਖਾਂ ਨੂੰ ਵੇਖ ਕੇ ਸੜ ਜਾਂਦੇ ਐ, ਜਿਨ੍ਹਾਂ ਨੂੰ ਸਿੱਖਾਂ ਦੇ ਦਰਸ਼ਨ ਚੰਗੇ ਨਹੀਂ ਲੱਗਦੇ,
ਜਿਵੇਂ ਕਾਣੇ ਨੂੰ ਦੋ ਅੱਖਾਂ ਵਾਲੇ ਚੰਗੇ ਨਹੀਂ ਲੱਗਦੇ, ਗੰਜੇ ਨੂੰ ਕੇਸਾਂ ਵਾਲੇ ਚੰਗੇ ਨਹੀਂ ਲੱਗਦੇ, ਤੈਸੇ ਇਹਨਾਂ ਨੂੰ ਗੁਰੂ ਕੇ ਸਿੱਖ ਚੰਗੇ ਨਹੀਂ ਲੱਗਦੇ। ਔਰ ਗੁਰੂ ਕੇ ਸਿੱਖਾਂ ਦੀਆਂ ਨਕਲਾਂ ਉਤਾਰਦੇ ਨੇ, ਨਕਲ ਉਤਾਰ ਕੇ ਫਿਰ ਖਿੜ ਖੜਾ ਕੇ ਮਸ਼ਖਰੀ ਵਜੋਂ ਹੱਸਦੇ ਨੇ, ਮਖੌਲ ਉਡਾਉਂਦੇ ਨੇ। ਜਿਸ ਕਿਸ ਬਿਦ ਤੇ ਤੁਰਕ ਬੇਸਾਦ, ਕਿਵੇਂ ਕਿਵੇਂ ਕਰਕੇ ਜਿਹੜੇ ਤੁਰਕ ਨੇ ਰਸਤੇ ਵਿੱਚ ਆਉਂਦੇ ਹੋਏ ਸਿੱਖਾਂ ਨੂੰ ਵਿਖਾਦ ਪਾਉਂਦੇ ਹਨ, ਭਾਵ ਤਿਨਾਂ ਦੇ ਨਾਲ ਲੜਦੇ ਝਗੜਦੇ ਹਨ। ਪਿਖ ਸਿੱਖੀ ਕੋ ਬਾਧਤ ਬਾਦ, ਸਤਿਗੁਰਾਂ ਦੀ ਸਿੱਖੀ ਦੀ ਮਰਿਆਦਾ ਜਿਹੜੀ ਬਹੁਤ ਜ਼ਿਆਦਾ ਫੈਲ ਰਹੀ ਹੈ, ਉਸ ਨੂੰ ਵੇਖ ਕੇ ਉਹ ਵਾਦ ਵਿਵਾਦ ਕਰਦੇ ਹਨ, ਝਗੜਾ ਕਰਦੇ ਹਨ। ਏਮ ਪਿਖ ਸੰਗਤ ਜਾਨੀ ਮਨ ਮੈਂ, ਜਦੋਂ ਸੰਗਤ ਨੇ ਵੇਖਿਆ ਵੀ ਇਹ ਤਾਂ ਸਾਡੇ ਕੀਰਤਨ ਤੇ ਪਾਬੰਦੀ ਲਾਉਂਦੇ ਨੇ, ਸਾਡੇ ਭਜਨ ਕਰਨ ਦੇ ਉੱਤੇ ਵੀ ਰੋਕ ਟੋਕ ਕਰਦੇ ਨੇ, ਮੁਸਲਮਾਨ ਵੀ ਤੇ ਆ ਜਿਹੜੇ ਬਹੁਤ ਸਾਰੇ ਹਿੰਦੂ ਸਾਡੀ ਖਿੱਲੀ ਉਡਾਉਂਦੇ ਨੇ, ਮਜ਼ਾਕ ਉਡਾਉਂਦੇ ਨੇ, ਇਦਾਂ ਜਦੋਂ ਸੰਗਤ ਨੇ ਵੇਖਿਆ ਤੇ ਜਾਣਿਆ ਦਵੈਰਿਪ ਦੇਖ ਹਰਕ ਨੈ ਇਨ ਮੈਂ, ਇਹ ਤਾਂ ਦੋਵੇਂ ਹੀ ਸਾਡੇ ਦੁਸ਼ਮਣ ਨੇ, ਇਹਨਾਂ ਦੇ ਮਨ ਵਿੱਚ ਖੁਸ਼ੀ ਨਹੀਂ ਹੈ ਸਾਨੂੰ ਵੇਖ ਕੇ, ਇਹ ਤਾਂ ਦੋਵੇਂ ਹੀ ਸਾਡੇ ਨਾਲ ਦੁਸ਼ਮਣੀ ਰੱਖਦੇ ਨੇ, ਵੈਰ ਵਿਰੋਧ ਰੱਖਦੇ ਨੇ। ਜਾਰੇ ਜਾਏ ਪਿਖ ਜਾਰੇ ਨਾਏ, ਇਹ ਗੁਰਸਿੱਖਾਂ ਦੀ ਸੋਭਾ ਵੇਖ ਕੇ ਇਹਨਾਂ ਕੋਲੋਂ ਜਰੀ ਨਹੀਂ ਜਾਂਦੀ, ਇਸ ਕਰਕੇ ਸੜ ਬਲ ਜਾਂਦੇ ਨੇ। ਈਰਖਾ ਦੀ ਅੱਗ ਦੇ ਵਿੱਚ, ਦਵੈਸ਼ ਦੀ ਅੱਗ ਦੇ ਵਿੱਚ ਇਹ ਲੋਕ ਸੜਦੇ ਹਨ। ਜਰ ਐਸ਼ਵਰ ਲਈ, ਕਹਿੰਦੇ ਇਹਨਾਂ ਦਾ ਜਿਹੜਾ ਐਸ਼ਵਰਜ ਹੈ ਉਹ ਅਸੀਂ ਜੜੋਂ ਹੀ ਖੋਹ ਕੇ ਆਪਣੇ ਹੱਥ ਵਿੱਚ ਲੈ ਲੈਣਾ। ਸਿੱਖਾਂ ਦੀ ਇਹ ਵੀ ਚੜ੍ਹਦੀ ਕਲਾ ਦੀ ਮਨੋਦਸ਼ਾ ਹੈ। ਉਹ ਇਹਨਾਂ ਦੀਆਂ ਇਹੋ ਜਿਹੀਆਂ ਆਦਤਾਂ ਵੇਖ ਕੇ ਨਹੀਂ ਕਹਿੰਦੇ ਅਸੀਂ ਸਿੱਖੀ ਨੂੰ ਤਿਲਾਂਜਲੀ ਦੇਣੀ ਹੈ। ਉਹ ਗੁਰਸਿੱਖ ਧਨ ਹਨ, ਫਿਰ ਵੀ ਕਹਿੰਦੇ ਆ ਜਿਹੜੇ ਹੁਣ ਸਾਡਾ ਮਖੌਲ ਉਡਾਉਂਦੇ ਆ ਨਾ, ਸਮਾਂ ਆਉਣ ਤੇ ਇਹਨਾਂ ਕੋਲੋਂ ਸਾਰਾ ਰਾਜ ਭਾਗ ਅਸੀਂ ਲੈ ਲੈਣਾ, ਇਹ ਸਾਡੇ ਅਧੀਨ ਹੋਣਗੇ, ਹੱਥ ਜੋੜ ਕੇ ਖੜੇ ਹੋਣਗੇ। ਗੁਰ ਟਿਗ ਸਗਰੀ ਸੰਗਤ ਆਈ, ਇਸ ਵਾਰ ਜਿਹੜੀ ਸੰਗਤ ਆਈ ਆ ਰਸਤੇ 'ਚ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਤੇ ਬਹੁਤ ਸਾਰੇ ਜਿਹੜੇ ਮੁਸਲਮਾਨ ਨਵਾਬ ਚੌਧਰੀ ਸਨ ਉਹਨਾਂ ਨੇ ਧੱਕਾ ਕੀਤਾ, ਕਈ ਥਾਵਾਂ ਤੇ ਹਿੰਦੂ ਚੌਧਰੀ ਸਨ ਉਹਨਾਂ ਨੇ ਖਿੱਲੀ ਉਡਾਈ, ਆਉਂਦੇ ਜਾਂਦੇ ਸਿੱਖਾਂ ਨੂੰ ਪਰੇਸ਼ਾਨ ਕੀਤਾ। ਤੋ ਸਿੱਖ ਜਦੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਇਹ ਸੰਗਤ ਆਈ, ਦਰਸਤ ਦ੍ਰਿਗ ਪਰ ਅਭਿਮਤ ਪਾਈ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਿੱਖਾਂ ਨੇ, ਨੇਤਰ ਭਰ ਕੇ ਮਹਾਰਾਜ ਜੀ ਦੇ ਦੀਦਾਰ ਕੀਤੇ ਹਨ। ਪੁੰਨ ਕਰ ਜੋਰ ਕਰੀ ਅਰਦਾਸ, ਰਸਤੇ ਵਿੱਚ ਜੋ ਸਿੱਖਾਂ ਨੂੰ ਇਸ ਵੇਲੇ ਸਮੱਸਿਆ ਆਈ ਹੈ ਉਹਦੀ ਅਰਦਾਸ ਗੁਰਸਿੱਖਾਂ ਨੇ, ਸੰਗਤ ਨੇ ਕਲਗੀਧਰ ਜੀ ਦੇ ਕੋਲ ਕੀਤੀ। ਕਹਿਣ ਲੱਗੇ ਸ੍ਰੀ ਸਤਿਗੁਰ ਸਾਹਿਬ ਕੇ ਪਾਸ, ਸਤਿਗੁਰੂ ਜੀ ਦੇ ਪਾਸ, ਕਿਉਂਕਿ ਗੁਰਸਿੱਖ ਨੇ ਆਪਣੇ ਦੁੱਖ ਸੁੱਖ ਦੀ ਅਰਦਾਸ ਗੁਰੂ ਚਰਨਾਂ 'ਚ ਹੀ ਕਰਨੀ ਹੈ। ਤੋ ਉਸ ਵਕਤ ਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਬੇਨਤੀ ਕਰਕੇ ਕਹਿਣ ਲੱਗੇ ਹਿੰਦੂ ਤੁਰਕ ਆਵਤ ਕੋ ਹੇਰੈ, ਮਹਾਰਾਜ ਜੀ ਜਦੋਂ ਅਸੀਂ ਚੱਲ ਕੇ ਆਏ ਆ, ਇਕੱਲੇ ਅਸੀਂ ਨਹੀਂ, ਹੋਰ ਵੀ ਜਿੰਨੀ ਸੰਗਤ ਆਈ ਹੈ, ਰਸਤੇ 'ਚ ਹਿੰਦੂ ਤੇ ਮੁਸਲਮਾਨਾਂ ਦੇ ਪਿੰਡ ਆਉਂਦੇ ਨੇ, ਉਹਨਾਂ ਦੇ ਨਗਰ ਆਉਂਦੇ, ਉੱਥੋਂ ਅਸੀਂ ਗੁਜ਼ਰ ਕੇ ਲੰਘ ਕੇ ਆਉਨੇ ਆ। ਜਦੋਂ ਸਾਨੂੰ ਆਉਂਦਿਆਂ ਨੂੰ ਵੇਖਦੇ ਹਨ, ਬਿਨ ਕਾਰਨ ਤੇ ਖਿਜੈ ਕਨੇਰੈ, ਮਹਾਰਾਜ ਜੀ ਬਿਨਾਂ ਕਾਰਨ ਤੋਂ ਸਾਨੂੰ ਵੇਖ ਕੇ ਖਿਜਦੇ ਨੇ, ਮਾਨੋ ਜਿਵੇਂ ਅਸੀਂ ਉਹਨਾਂ ਦੀਆਂ ਜ਼ਮੀਨਾਂ ਖੋਹ ਲੀਆਂ ਹੋਣ, ਜਿਵੇਂ ਉਹਨਾਂ ਦੀ ਜਾਇਦਾਦ ਖੋਹ ਲਈ ਹੋਵੇ। ਹਿੰਦੂ ਵੀ ਖਿਜਦੇ ਨੇ, ਮੁਸਲਮਾਨ ਵੀ ਖਿਜਦੇ ਨੇ, ਸਾਰੇ ਨਹੀਂ। ਇੱਕ ਗੱਲ ਇਹ ਬੇਨਤੀ ਹੈ ਨਾਲ ਨਾਲ ਕਿ ਅਸੀਂ ਸਾਰਿਆਂ ਨੂੰ ਇੱਕੋ ਪੱਲੜੇ 'ਚ ਪਾ ਕੇ ਤੋਲਣ ਲੱਗ ਪੈਂਦੇ ਆ, ਪਰ ਖਿਜਣਾ ਸੁਭਾਵਕ ਸੀ, ਕਿਉਂਕਿ ਕਲਗੀਧਰ ਜੀ ਜਿਸ ਪੰਥ ਦੀ ਸਾਜਨਾ ਕਰ ਰਹੇ ਨੇ ਉਹ ਇਹਨਾਂ ਦੋਨਾਂ ਤੋਂ ਹੀ ਨਿਰਾਲਾ, ਨਾ ਹਿੰਦੂਆਂ ਨਾਲ ਰਲਦਾ, ਇਸ ਕਰਕੇ ਹਿੰਦੂ ਖਿਜਦੇ ਨੇ, ਮੁਸਲਮਾਨਾਂ ਨਾਲ ਤਾਂ ਕੋਈ ਫਰਕ ਹੈ ਹੀ ਕੋਈ ਨਹੀਂ, ਉੱਥੇ ਤਾਂ ਕਿਸੇ ਪ੍ਰਕਾਰ ਦਾ ਕੋਈ ਮੇਲ ਹੀ ਕੋਈ ਨਹੀਂ, ਉਹਨਾਂ ਨਾਲੋਂ ਵੀ ਨਿਰਾਲਾ ਹੈ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਪੰਥ ਮਹਾਰਾਜ ਜੀ, ਹੁਣ ਉਹਨਾਂ ਨੂੰ ਕਿੱਥੇ ਚੰਗਾ ਲੱਗਣਾ ਸੀ। ਸੰਗਤ, ਹਾਲਾਂਕਿ ਸੰਗਤ ਹਾਲੇ ਸ਼ਸਤਰਧਾਰੀ ਨਹੀਂ ਹੋਈ ਹੈ, ਸਿੱਖ ਸ਼ਸਤਰਧਾਰੀ ਨਹੀਂ ਹੋਏ,
ਪਰ ਪਰੇਸ਼ਾਨੀ ਇਹਨਾਂ ਨੂੰ ਆ ਰਹੀ ਹੈ ਰਸਤੇ ਵਿੱਚ ਆਉਂਦਿਆਂ ਜਾਂਦਿਆਂ। ਕਹਿਣ ਲੱਗੇ ਮਹਾਰਾਜ ਬਹੁਤ ਸਾਰੇ ਹਿੰਦੂ ਤੇ ਮੁਸਲਿਮ ਲੋਕ ਜਿਹੜੇ ਨੇ ਉਹ ਸਾਨੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਪਰੇਸ਼ਾਨ ਕਰਦੇ ਹਨ। किस के संग न बैर हमारे। ਹਾਲਾਂਕਿ ਸਾਡਾ ਉਹਨਾਂ ਵਿੱਚੋਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਵੱਟ ਦਾ ਰੋਲਾ ਨਹੀਂ ਹੈ। ਨਵੇਂ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਲੰਘਦੇ ਹਾਂ, ਉਹ ਸਾਨੂੰ ਵੇਖ ਵੇਖ ਕੇ ਖਿੱਚਦੇ ਨੇ, ਇਦਾਂ ਖਿੱਚਦੇ ਨੇ ਮਾਨੋ ਜਿਵੇਂ ਅਸੀਂ ਉਹਨਾਂ ਦਾ ਕੁਝ ਖੋਹ ਲਿਆ ਹੋਵੇ। आवत जात तूशनी तारे। ਮਹਾਰਾਜ ਜੀ ਅਸੀਂ ਤਾਂ ਆਉਂਦਿਆਂ ਜਾਂਦਿਆਂ ਚੁੱਪ ਕਰਕੇ ਹੀ ਲੰਘਦੇ ਹਾਂ, ਚੁੱਪ ਕਰਕੇ ਹੀ ਜਾਂਦੇ ਹਾਂ। डरे हेर हम करे न कैसे। ਤੇ ਉਹ ਸਾਡਾ ਅੱਗਾ ਰੋਕਦੇ ਨੇ ਆ ਕੇ, ਅਸੀਂ ਟਾਲਾ ਵੱਟ ਜਾਂਦੇ ਹਾਂ, ਉੱਥੋਂ ਪਾਸੇ ਹਟ ਕੇ ਦੂਜੇ ਪਾਸੇ ਦੀ ਲੰਘ ਜਾਈਦਾ। ਮਹਾਰਾਜ ਅਸੀਂ ਕਿਸੇ ਨਾਲ ਮੱਥਾ ਮਾਰੀ ਨਹੀਂ ਕਰਦੇ, ਰਸਤੇ ਵਿੱਚ ਕਿਸੇ ਨਾਲ ਕੋਈ ਅੜੀ ਨਹੀਂ ਕਰਦੇ। सो दुख पाए शत्रु होए जैसे। ਪਰ ਉਹ ਸਾਨੂੰ ਵੇਖ ਕੇ ਏਦਾਂ ਦੁਖੀ ਹੁੰਦੇ ਨੇ ਮਾਨੋ ਜਿਵੇਂ ਅਸੀਂ ਉਹਨਾਂ ਦੇ ਬੜੇ ਵੱਡੇ ਦੁਸ਼ਮਣ ਹੋਈਏ। ਖਾਲਸਾ ਜੀ ਉਸ ਵੇਲੇ ਸੰਗਤ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਦੋਂ ਗੁਰਸਿੱਖਾਂ ਦੀ ਰਹਿਣੀ ਸਹਿਣੀ ਨਿਰਾਲੀ ਹੋ ਗਈ ਸਾਰਿਆਂ ਨਾਲੋਂ, ਹਿੰਦੂਆਂ ਮੁਸਲਮਾਨਾਂ ਨਾਲੋਂ, ਤੇ ਵੱਖਰੇ ਨਜ਼ਰ ਆਉਂਦੇ ਤੇ ਉਹਨਾਂ ਨੂੰ ਚੰਗੇ ਨਹੀਂ ਸਨ ਲੱਗਦੇ। ਸਿੱਖ ਕਹਿ ਰਹੇ ਨੇ ਮਹਾਰਾਜ ਉਹ ਸਾਨੂੰ ਵੇਖ ਕੇ ਇਸ ਤਰ੍ਹਾਂ ਦੁਖੀ ਹੁੰਦੇ ਨੇ ਮਾਨੋ ਜਿਵੇਂ ਅਸੀਂ ਉਹਨਾਂ ਦੇ ਬੜੇ ਵੱਡੇ ਦੁਸ਼ਮਣ ਹੋਈਏ, ਹਾਲਾਂਕਿ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ। ਹਾਂਜੀ, ਆਵਨ ਜਾਨ ਖੇਦ ਕਰ ਹੋਵਤ। ਤਾਂ ਸਤਿਗੁਰੂ ਜੀ ਆਉਂਦਿਆਂ ਤੇ ਜਾਂਦਿਆਂ ਸਾਨੂੰ ਰਸਤੇ 'ਚ ਬੜੀ ਵੱਡੀ ਖੇਦ ਰੁਕਾਵਟ ਹੁੰਦੀ ਹੈ। ਕਈ ਵਾਰ ਅਸੀਂ ਆਪਣੇ ਮਨ ਵਿੱਚ ਚਿੰਤਤ ਹੁੰਦੇ ਹਾਂ। ਹਿੰਦੂ ਤੁਰਕ ਵਿਪਰਜੈ ਹੋਵਤ। ਮਹਾਰਾਜ ਹਿੰਦੂ ਵੀ ਤੇ ਮੁਸਲਮਾਨ ਵੀ ਸਾਡੇ ਵਿਪਰਜੈ ਨੇ, ਉਲਟ ਨੇ, ਹਿੰਦੂ ਵੀ ਉਲਟ ਨੇ ਮੁਸਲਮਾਨ। ਹੁਣ ਜਿੰਨੇ ਪਹਾੜੀ ਰਾਜੇ ਨੇ ਸਾਰੇ ਹਿੰਦੂ ਹੀ ਸੀ, ਉਹ ਵੀ ਉਲਟ ਨੇ। ਸਮੇਂ ਦਾ ਹੁਕਮਰਾਨ ਔਰੰਗਜ਼ੇਬ ਮੁਸਲਮਾਨ ਬਾਦਸ਼ਾਹ, ਉਹ ਵੀ ਉਲਟ ਹੈ। ਕਹਿਣ ਲੱਗੇ ਮਹਾਰਾਜ ਜੀ ਸਾਡੇ ਤੋਂ ਹਿੰਦੂ ਵੀ ਉਲਟ ਨੇ, ਮੁਸਲਮਾਨ ਵੀ ਉਲਟ ਹਨ। ਬਿਨ ਕਾਰਨ ਦਰੋਹੀ ਮਦ ਮੱਤੇ। ਬਿਨਾਂ ਕਾਰਨ ਤੋਂ ਸਾਡੇ ਨਾਲ ਦਰੋਹੀ ਹੁੰਦੇ ਨੇ ਔਰ ਆਪਣੇ ਰਾਜ ਭਾਗ ਦੇ ਨਸ਼ੇ ਦੇ ਵਿੱਚ ਮੱਤੇ ਹੋਏ ਮਤਵਾਲੇ ਹੋਏ ਫਿਰਦੇ ਹਨ। ਹਸੈ ਸੰਗ ਤਿਨ ਆਪ ਕੁਪੱਤੇ। ਔਰ ਮਹਾਰਾਜ ਇੰਨੇ ਕੁਪੱਤੇ ਨੇ ਵੀ ਵੇਖ ਕੇ ਹੱਸਦੇ ਨੇ। ਜਦੋਂ ਇਹਨਾਂ ਹਿੰਦੂ ਰਾਜਿਆਂ ਦੀਆਂ ਰਿਆਸਤਾਂ ਦੇ ਵਿੱਚੋਂ ਦੀ ਲੰਘਦੇ ਆ, ਉੱਥੇ ਉਹ ਸਾਡਾ ਮਖੌਲ ਉਡਾਉਂਦੇ ਨੇ, ਸਾਨੂੰ ਵੇਖ ਕੇ ਹੱਸਦੇ ਨੇ, ਸਾਡੀਆਂ ਨਕਲਾਂ ਉਤਾਰਦੇ ਨੇ। ਪ੍ਰਭ ਕੋ ਸਿਮਰਨ ਕਰਿਓ ਨਾ ਭਾਵੈ। ਮਹਾਰਾਜ ਇਹਨਾਂ ਨੂੰ ਰੱਬ ਦਾ ਸਿਮਰਨ ਨਹੀਂ ਭਾਉਂਦਾ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆਉਂਦੇ ਆ, ਪਰਮੇਸ਼ਰ ਦਾ ਭਜਨ ਕਰਦੇ ਆਉਂਦੇ ਆ, ਗੁਰਬਾਣੀ ਦਾ ਕੀਰਤਨ ਕਰਦੇ ਆਉਂਦੇ ਆ, ਇਹਨਾਂ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਦਾ। ਆਪਣੋ ਲੋਕ ਪਰਲੋਕ ਗਵਾਵੇ। ਇਹੋ ਜਿਹੇ ਮੂਰਖ ਨੇ ਕਿ ਆਪਣਾ ਲੋਕ ਤੇ ਪਰਲੋਕ ਦੋਵੇਂ ਹੀ ਗਵਾ ਰਹੇ ਨੇ, ਆਪਣੇ ਦੋਵੇਂ ਹੀ ਜਹਾਨ ਗਰਕ ਕਰ ਰਹੇ ਹਨ। ਸੁਨ ਕਲਗੀਧਰ ਬਚਨ ਬਖਾਨੇ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਤੁਮ ਗੁਰਮੁਖ ਸਿੱਖ ਸੁਨੋ ਸਿਆਣੇ। ਕਹਿਣ ਲੱਗੇ ਭਾਈ ਸਿੱਖੋ ਤੁਸੀਂ ਗੁਰਮੁਖ ਗੁਰਸਿੱਖ ਹੋ, ਸਿਆਣੇ ਹੋ, ਸੁਣੋ। ਮਗਮੋ ਚਲਤ ਸ਼ਸਤਰ ਤੇ ਹੀ ਨਾ। ਮਹਾਰਾਜ ਜੀ ਕਹਿੰਦੇ ਤੁਸੀਂ ਰਸਤੇ ਚ ਆਉਂਦੇ ਹੋ ਸ਼ਸਤਰਾਂ ਤੋਂ ਵਿਹੂਣੇ ਹੋ ਕੇ। ਸੰਗਤ ਆਉਂਦੀ ਸੀ, ਸ਼ਸਤਰ ਨਹੀਂ ਸਨ ਹੁੰਦੇ ਇਹਨਾਂ ਕੋਲ। ਮਹਾਰਾਜ ਜੀ ਨੇ ਆਖਿਆ ਕਿ ਤੁਸੀਂ ਸ਼ਸਤਰਾਂ ਤੋਂ ਵਿਹੂਣੇ ਹੋ ਕੇ ਰਸਤੇ ਵਿੱਚ ਚੱਲ ਕੇ ਆਉਂਦੇ ਹੋ। ਮਹਾਬਲੀ ਪੀ ਦੀਖਤ ਦੀਨ। ਕਹਿੰਦੇ ਸ਼ਸਤਰ ਤੋਂ ਵਿਹੂਣਾ ਬੰਦਾ ਭਾਵੇਂ ਮਹਾਬਲੀ ਵੀ ਹੋਵੇ ਨਾ, ਤਾਂ ਵੀ ਉਹ ਦੀਨ ਜਿਹਾ ਹੀ ਨਜ਼ਰ ਆਉਂਦਾ ਹੈ। ਦੀਨ ਦਾ ਮਤਲਬ ਗਰੀਬੜਾ ਜਿਹਾ। ਸ਼ਸਤਰ ਤੋਂ ਬਿਨਾ ਕਹਿੰਦੇ ਕੋਈ ਮਹਾਬਲੀ ਵੀ ਕਿਉਂ ਨਾ ਹੋਵੇ, ਉਹ ਵੀ ਦੀਨ ਜਿਹਾ ਦਿਸਦਾ ਹੈ। ਤਦੇ ਗੁਰਦੇਵ ਨੇ ਕਿਹਾ, ਬਿਨਾ ਸ਼ਸਤਰ ਬਾਂਧੇ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ਸ਼ਸਤਰ ਤੋਂ ਬਿਨਾ ਭਾਵੇਂ ਸ਼ੇਰ ਵੀ ਹੋਵੇ ਨਾ, ਤਾਂ ਵੀ ਭੇਡ ਦੇ ਬਰਾਬਰ ਹੀ ਹੁੰਦਾ।
ਕਹਿੰਦੇ ਤੁਸੀਂ ਸ਼ਸਤਰ ਜਦੋਂ ਨਹੀਂ ਰੱਖਦੇ ਆਪਣੇ ਕੋਲ, ਸ਼ਸਤਰ ਤੋਂ ਬਿਨਾਂ ਤੁਸੀਂ ਦੀਨ ਜੇ ਪ੍ਰਤੀਤ ਹੁੰਦੇ ਹੋ। ਕੋਈ ਮਹਾਬਲੀ ਵੀ ਹੋਵੇ, ਸ਼ਸਤਰ ਵੀ ਹੋਣਾ ਹੋਵੇ ਤਾਂ ਉਹ ਦੀਨ ਦਿਖਾਈ ਦਿੰਦਾ ਹੈ। ਗਮਨ ਵਿਦੇਸ਼ ਸ਼ਸਤਰ ਨੈ ਰਾਖੋ। ਤੁਸੀਂ ਵਿਦੇਸ਼ ਤੋਂ ਚੱਲ ਕੇ ਆਉਂਦੇ ਐਡੀ ਦੂਰੋਂ, ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਸ਼ਸਤਰ ਰੱਖੋ ਹੱਥਾਂ ਵਿੱਚ। ਕਿੱਡੀ ਦੂਰੋਂ ਬਲਖ ਬੁਖਾਰੇ ਕਾਬਲ ਕੰਧਾਰ ਤੋਂ ਚੱਲ ਕੇ ਆਉਂਦੇ ਹੋ, ਸ਼ਸਤਰ ਰੱਖਣਾ ਨਹੀਂ ਚਾਹੀਦਾ ਤੁਹਾਨੂੰ। ਤੁਸੀਂ ਬਿਨਾਂ ਸ਼ਸਤਰ ਤੋਂ ਐਡੀ ਦੂਰੋਂ ਵਿਦੇਸ਼ ਤੋਂ ਚੱਲ ਕੇ ਆਉਂਦੇ ਹੋ। ਜੇਬਾ ਬਿਨ ਜਵਾਬ ਕਿਮ ਭਾਖੋ। ਸਿੱਖੋ ਗੱਲ ਇਹ ਹੈ ਵੀ ਜੇ ਮੂੰਹ 'ਚ ਜ਼ਬਾਨ ਨਾ ਹੋਵੇ ਤੇ ਆਪਾਂ ਜਵਾਬ ਨਹੀਂ ਦੇ ਸਕਦੇ। ਜਵਾਬ ਦੇਣ ਲਈ ਮੂੰਹ 'ਚ ਜ਼ਬਾਨ ਚਾਹੀਦੀ ਹੈ ਨਾ। ਇਹ ਜਿਹੜਾ ਸ਼ਸਤਰ ਹੈ ਨਾ, ਇਹ ਜ਼ੁਬਾਨ ਹੈ। ਇਹੋ ਜਿਹੇ ਤਿੜੇ ਫਿੜੇ ਲੋਕਾਂ ਲਈ ਜਵਾਬ ਹੈ ਇਹ ਸ਼ਸਤਰ। ਇਹ ਜ਼ੁਬਾਨ ਦਾ ਕੰਮ ਕਰਦੀ ਹੈ। ਜਿਵੇਂ ਜੇਬਾਂ ਬਿਨਾਂ ਜਵਾਬ ਨਹੀਂ ਦੇ ਹੁੰਦਾ, ਤਾਂ ਐਸੇ ਸ਼ਸਤਰਾਂ ਤੋਂ ਬਿਨਾਂ ਇਹਨਾਂ ਵਿਗੜਿਆਂ ਤਿਗੜਿਆਂ ਦਾ ਕੋਈ ਇਲਾਜ ਨਹੀਂ ਹੈ। ਜੇ ਤੁਸੀਂ ਆਖੋ ਵੀ ਇਹਨਾਂ ਅੱਗੇ ਹੱਥ ਜੋੜ ਕੇ ਮਿੰਨਤ ਤਰਲਾ ਕਰਕੇ ਅਸੀਂ ਲੰਘ ਆਉਨੇ ਆ, ਕਿੰਨੀ ਕੁ ਵਾਰ ਲੰਘੋਗੇ? ਕਿੰਨੀ ਕੁ ਵਾਰ ਗੁਜ਼ਰੋਗੇ? ਜਦੋਂ ਬਾਰ-ਬਾਰ ਇਹਨਾਂ ਅੱਗੇ ਮਿੰਨਤ ਤਰਲਾ ਕਰੋਗੇ, ਮੁੜ ਕੇ ਕਹਿਣਗੇ ਲਿਆਓ ਤੁਹਾਡੇ ਕੋਲ ਜੋ ਕੁਝ ਆ ਸਾਨੂੰ ਦਿਓ। ਤੁਹਾਡੇ ਕੋਲ ਆਪਣਾ ਹਾਲਾ ਭਰਾਉਣਗੇ, ਤੁਹਾਨੂੰ ਫੜ ਕੇ ਆਪਣੇ ਘਰ ਨੌਕਰਾਂ ਵਾਂਗੂ ਰੱਖਣਗੇ। ਪਾਤਸ਼ਾਹ ਕਹਿੰਦੇ ਜਵਾਬ ਦੇਣਾ ਪੈਂਦਾ, ਜ਼ੁਬਾਨ ਤੋਂ ਬਿਨਾਂ ਨਹੀਂ ਦੇ ਹੁੰਦਾ। ਇਸੇ ਤਰ੍ਹਾਂ ਜਿਹੜੇ ਸ਼ਸਤਰ ਨੇ ਤੁਹਾਡੀ ਜ਼ੁਬਾਨ ਹੈ, ਇਹੀ ਬੋਲੀ ਨੂੰ ਇਹ ਲੋਕ ਸਮਝਦੇ ਨੇ। ਸ਼ਸਤਰ ਸਮੇਤ ਸ਼ਤਰੂ ਜੋ ਹੀਰੇ। ਜਦੋਂ ਤੁਹਾਨੂੰ ਸ਼ਸਤਰਾਂ ਦੇ ਸਮੇਤ ਦੁਸ਼ਮਣ ਵੇਖਣਗੇ, ਸ਼ਕਤ ਬਿਨਾ ਨਾ ਪ੍ਰਹਾਰ ਬਡੇਰੇ। ਫਿਰ ਉਹ ਵੇਖਣਗੇ ਸ਼ਕਤੀ ਤੋਂ ਬਿਨਾਂ ਤੁਹਾਡੇ ਤੇ ਪ੍ਰਹਾਰ ਨਹੀਂ ਕਰਨਗੇ। ਹੁਣ ਤਾਂ ਜਣਾ ਖਣਾ ਹੀ ਰੋਕ ਕੇ ਤੁਹਾਡਾ ਰਾਹ 'ਚ ਮਖੌਲ ਉਡਾਉਂਦਾ ਸੀ। ਸ਼ਸਤਰ ਹੋਣਗੇ ਤੁਹਾਡੇ ਕੋਲ ਤੇ ਵੇਖ ਕੇ ਤੁਹਾਡੇ ਵੱਲ ਵੇਖਣਗੇ ਨਹੀਂ, ਟੇਢੀ ਅੱਖ ਕਰਕੇ ਵੀ ਨਹੀਂ ਵੇਖਣਗੇ। ਹਾਂ, ਜੇ ਕੋਈ ਸ਼ਕਤੀਸ਼ਾਲੀ ਹੋਇਆ ਤੇ ਅੜੇ ਫੜੇਗਾ, ਪਰ ਤੁਹਾਡੇ ਤੇ ਹਰ ਕੋਈ ਆਪਣਾ ਜ਼ੋਰ ਨਹੀਂ ਪਾ ਸਕੇਗਾ ਜੇ ਤੁਸੀਂ ਸ਼ਸਤਰਾਂ ਦੇ ਸਮੇਤ ਹੋਵੋਗੇ। ਜੇ ਪ੍ਰਹਾਰ ਹੋਏ ਕਰੋ ਲੜਾਈ। ਪਹਿਲੀ ਗੱਲ ਤਾਂ ਨੇੜੇ ਨਹੀਂ ਫਰਕਣਗੇ। ਜੇ ਆ ਵੀ ਗਿਆ ਤੇ ਫਿਰ ਕੱਲੇ ਸ਼ਸਤਰ ਰੱਖਣੇ ਨਹੀਂ, ਜੇ ਰੱਖੇ ਨੇ ਤੇ ਫਿਰ ਉਹਨਾਂ ਨੂੰ ਚਲਾਉਣਾ ਵੀ ਹੈ। ਤੇ ਜੇ ਕੋਈ ਗਾਲੀ ਆ ਪਵੇ ਤੇ ਫਿਰ ਆਪਣੇ ਇਹਨਾਂ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਜਵਾਬ ਦੇਣਾ, ਉਹਨਾਂ ਤੇ ਪ੍ਰਹਾਰ ਕਰਨਾ ਹੈ, ਉਹਨਾਂ ਨੂੰ ਆਪਣੇ ਸ਼ਸਤਰਾਂ ਦੀ ਬੋਲੀ ਵਿੱਚ ਸਮਝਾਉਣਾ ਹੈ। ਲਿਹੋ ਵਿਜੈ ਗੁਰ ਹੋਏ ਸਾਈ। ਤੁਹਾਡੀ ਵਿਜੈ ਹੋਵੇਗੀ ਔਰ ਗੁਰੂ ਪਾਤਸ਼ਾਹ ਜੀ ਤੁਹਾਡੇ ਸਹਾਇਕ ਹੋਣਗੇ। ਅਬ ਕੇ ਮੇਲੇ ਦਰਸ਼ਨ ਆਵੋ। ਮਹਾਰਾਜ ਕਹਿੰਦੇ ਹੁਣ ਅਗਲੇ ਜੋੜ ਮੇਲੇ ਤੇ ਜਦੋਂ ਤੁਸੀਂ ਸਾਡੇ ਦਰਸ਼ਨ ਕਰਨ ਸ੍ਰੀ ਅਨੰਦਪੁਰ ਸਾਹਿਬ ਆਉਣਾ, ਆਪਣੇ ਅੰਗਨ ਸ਼ਸਤਰ ਲਗਾਵੋ। ਆਪਣੇ ਗਾਤਰੇ ਸ਼ਸਤਰ ਧਾਰਨ ਕਰਕੇ ਆਉਣਾ, ਬਿਨਾਂ ਸ਼ਸਤਰ ਤੋਂ ਨਹੀਂ ਆਉਣਾ। ਆਪਣੇ ਸਰੀਰਾਂ ਤੇ ਸ਼ਸਤਰ ਧਾਰਨ ਕਰਕੇ ਆਉਣਾ। ਹੁਣ ਜਦੋਂ ਅੱਗੇ ਜੋੜ ਮੇਲੇ ਤੇ ਆਓਗੇ, ਸਭ ਯੁਗ ਮਹਿਮਾ ਸ਼ਸਤਰ ਮਹਾਨ। ਸਾਰੇ ਯੁੱਗਾਂ ਦੇ ਵਿੱਚ ਸ਼ਸਤਰਾਂ ਦੀ ਮਹਿਮਾ ਹੈ, ਸ਼ਸਤਰਾਂ ਦਾ ਪ੍ਰਤਾਪ ਹੈ। ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਦੋ ਹੀ ਚੀਜ਼ਾਂ ਨੇ ਸੰਸਾਰ 'ਚ, ਇੱਕ ਦੇਗ ਤੇ ਦੂਜੀ ਤੇਗ। ਦੇਗ ਤੇਗ ਜਗ ਮੈਂ ਦੋਊ ਚਲੈ, ਰਾਖ ਆਪ ਮੋਹਿ ਔਰ ਨਾ ਦਲੈ। ਕਹਿਣ ਲੱਗੇ ਭਾਈ ਅਗਲੇ ਜੋੜ ਮੇਲੇ ਤੇ ਜਦੋਂ ਆਓਗੇ ਸ਼ਸਤਰ ਧਾਰਨ ਕਰਕੇ ਆਓਗੇ, ਕਿਉਂਕਿ ਸਾਰਿਆਂ ਯੁੱਗਾਂ ਵਿੱਚ ਸ਼ਸਤਰਾਂ ਦੀ ਸੋਭਾ ਹੈ, ਸ਼ਸਤਰਾਂ ਦੀ ਵਡਿਆਈ ਹੈ। ਕਲ ਮੈਂ ਅਤਿਸ਼ੈ ਖੜਗ ਪ੍ਰਧਾਨ। ਤੇ ਕਲਯੁਗ ਵਿੱਚ ਤਾਂ ਖਾਸ ਕਰਕੇ ਤੇਗ ਪ੍ਰਧਾਨ ਹੈ। ਕਲਯੁਗ ਵਿੱਚ ਤਾਂ ਖਾਸ ਕਰਕੇ ਤੇਗ ਪ੍ਰਧਾਨ ਹੈ, ਨਹੀਂ ਤਾਂ ਜੀਵਨ ਨਹੀਂ ਦੇਣਗੇ ਲੋਕ ਤੁਹਾਨੂੰ। ਇੱਥੇ ਜੇ ਤੁਹਾਡੇ ਕੋਲ ਤੇਗ ਦਾ ਪ੍ਰਤਾਪ ਹੈ, ਭਗਉਤੀ ਦਾ ਪ੍ਰਤਾਪ ਹੈ, ਤੇ ਫਿਰ ਤੁਸੀਂ ਸੰਸਾਰ ਦੇ ਵਿੱਚ ਜੀ ਸਕਦੇ ਹੋ। ਵਿਖੇ ਪ੍ਰਤਾਪ ਦਬਕ ਰਿਪ ਜਾਵੇ। ਤੁਹਾਡੇ ਸ਼ਸਤਰ ਧਾਰੀ ਹੋਣ ਦਾ ਪ੍ਰਤਾਪ ਦੁਸ਼ਮਣ ਵੇਖਣਗੇ ਤੇ ਆਪੇ ਦਬਕ ਜਾਣਗੇ, ਭੈ ਭੀਤ ਹੋਣਗੇ। ਮਿੱਤਰ ਸ਼ਤਰ ਸਭ ਮਿਲਿਆ ਰਖਾਵੇ। ਔਰ ਜਿਹੜੇ ਮਿੱਤਰ ਨੇ ਉਹ ਵੀ ਤੁਹਾਨੂੰ ਖੁਸ਼ ਹੋ ਕੇ ਮਿਲਣਗੇ ਵੀ ਚਲੋ ਸਾਡਾ ਸੱਜਣ ਪ੍ਰਤਾਪੀ ਹੈ। ਜਿਹੜਾ ਦੁਸ਼ਮਣ ਹੈ ਉਹ ਵੀ ਖੁਸ਼ੀ ਖੁਸ਼ੀ ਮਿਲੇਗਾ ਤੁਹਾਨੂੰ।
ਤੁਹਾਡਾ ਪ੍ਰਤਾਪ ਵੇਖ ਕੇ ਸ਼ਸਤਰਾਂ ਦਾ, ਦੁਸ਼ਮਣ ਵੀ ਤੁਹਾਡੇ ਅੱਗੇ ਨੀਵੀਆਂ ਪਾ ਕੇ ਤੁਹਾਨੂੰ ਮਿਲੇਗਾ। ਨਿਤ ਪ੍ਰਤ ਸ਼ਸਤਰ ਕਰੋ ਅਭਿਆਸ। ਜਿਵੇਂ ਕਹਿੰਦੇ ਆ ਨਾ ਵੀ ਜੇ ਕਿਸੇ ਕੋਲ ਸ਼ਸਤਰ ਹੋਵੇ ਨਾ, ਉਹਦੇ ਬਾਰੇ ਕਹਾਵਤ ਹੈ ਸਿਆਣਿਆਂ ਦੀ, ਕਹਿੰਦੇ ਸ਼ਸਤਰ ਹੋਵੇ ਕਿਸੇ ਮਿੱਤਰ ਕੋਲ ਤੇ ਸੱਜਣ ਨੂੰ ਆਸ ਹੁੰਦੀ ਹੈ ਤੇ ਦੁਸ਼ਮਣ ਨੂੰ ਭੈ ਹੁੰਦਾ ਹੈ। ਸ਼ਸਤਰ ਸੂਰਮਾ, ਉਹਦੇ ਨਾਲ ਕੋਈ ਦੂਜਾ ਟੁਰਿਆ ਜਾਂਦਾ ਹੋਵੇ, ਸੱਜਣ ਨੂੰ ਆਸ ਹੁੰਦੀ ਹੈ ਔਰ ਦੁਸ਼ਮਣ ਨੂੰ ਭੈ ਹੁੰਦਾ ਸ਼ਸਤਰ ਦਾ। ਤੋ ਮਹਾਰਾਜ ਜੀ ਕਹਿੰਦੇ ਇਦਾਂ ਸ਼ਸਤਰਧਾਰੀ ਹੋ ਕੇ ਜਦੋਂ ਤੁਸੀਂ ਚੱਲ ਕੇ ਆਓਗੇ, ਨਿਤਾ ਪ੍ਰਤੀ ਸ਼ਸਤਰਾਂ ਦਾ ਅਭਿਆਸ ਕਰੋਗੇ, ਦੋਨੋਂ ਲੋਕ ਦੇਤ ਸੁਖ ਰਾਸ। ਪਾਤਸ਼ਾਹ ਕਹਿੰਦੇ ਸ਼ਸਤਰਾਂ ਨਾਲ ਤੁਹਾਨੂੰ ਦੋਹਾਂ ਜਹਾਨਾਂ 'ਚ ਸੁਖ ਪ੍ਰਾਪਤ ਹੋਵੇਗਾ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਕਿਵੇਂ, ਉਹ ਵੀ ਦੱਸਦੇ ਨੇ। ਸਮੁਖ ਮਰੇ ਤੇ ਸੁਰਗ ਸਿਧਾਵੇ। ਸ਼ਸਤਰ ਚਲਾਉਂਦਿਆਂ ਜੇ ਤੁਸੀਂ ਸਾਹਮਣੇ ਦੁਸ਼ਮਣ ਨਾਲ ਲੜਦਿਆਂ ਮਰ ਜਾਓ, ਸ਼ਹੀਦ ਹੋ ਜਾਓ, ਤੇ ਸ਼ਹੀਦ ਹੋ ਕੇ ਤੁਸੀਂ ਉਸ ਪਦਵੀ ਨੂੰ ਪ੍ਰਾਪਤ ਕਰੋਗੇ ਜਿਹੜੀ ਪਦਵੀ ਵੱਡੇ ਵੱਡਿਆਂ ਭਗਤਾਂ ਯੋਗੀਆਂ ਨੂੰ ਵੀ ਦੁਰਲਭ ਹੈ। ਉਹ ਪਦਵੀ ਤੁਹਾਨੂੰ ਪ੍ਰਾਪਤ ਹੋਵੇਗੀ, ਯਾਨੀ ਕਿ ਪਰਲੋਕ ਦਾ ਸੁਖ ਪ੍ਰਾਪਤ ਹੋਵੇਗਾ। ਸੁਖ ਕੋ ਅਨੇਕ ਪ੍ਰਕਾਰ ਬਿਹਾਵੇ। ਅਨੇਕ ਪ੍ਰਕਾਰ ਦੇ ਸੁਖ ਉੱਥੇ ਤੁਹਾਨੂੰ ਪ੍ਰਾਪਤ ਹੋਣਗੇ। ਜੀਵਤ ਜੀਤੈ ਸ਼ਤਰੂ ਜੇ ਸ਼ਸਤਰ ਚਲਾਉਂਦਿਆਂ ਦੁਸ਼ਮਣ ਨੂੰ ਮਾਰ ਕੇ ਤੁਸੀਂ ਜਿਉਂਦੇ ਰਹੇ ਤੇ ਜਿੱਤ ਪ੍ਰਾਪਤ ਕਰ ਲਈ, ਮੈਂ ਸੁਖ ਕੇ ਭੋਗ ਕਨੇਰੇ। ਤਾਂ ਫਿਰ ਤੁਹਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਵੀ ਭਾਰੀ ਸੁਖ ਪ੍ਰਾਪਤ ਹੋਣਗੇ। ਸ਼ਸਤਰ ਮਹਾਤਮ ਮਹਾਮਾਨੋ। ਸ਼ਸਤਰਾਂ ਦਾ ਮਹਾਤਮ ਮਹਾਨ ਤੋਂ ਮਹਾਨ ਹੈ, ਵੱਡੇ ਤੋਂ ਵੱਡਾ ਹੈ ਸ਼ਸਤਰਾਂ ਦਾ ਮਹਾਤਮ। ਜਾਂ ਤੇ ਸ਼ਸਤਰ ਗਹਿਨ ਕੋ ਠਾਨੋ। ਇਸ ਕਰਕੇ ਭਾਈ ਸ਼ਸਤਰ ਗ੍ਰਹਿਣ ਕਰਨਾ ਹੀ ਤੁਹਾਡੇ ਜੀਵਨ ਦਾ ਹੁਣ ਲਕਸ਼ ਬਣ ਜਾਣਾ ਚਾਹੀਦਾ ਹੈ। ਸੁਨ ਕਰ ਸ਼੍ਰੀ ਸਤਿਗੁਰ ਉਪਦੇਸ਼। ਕਲਗੀਧਰ ਜੀ ਦਾ ਉਪਦੇਸ਼ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਨੇ ਸੁਣਿਆ। ਭਈ ਸੰਗਤਾਂ ਵਿਦਾ ਅਸ਼ੇਸ਼। ਇਦਾਂ ਸੰਗਤਾਂ ਮਹਾਰਾਜ ਜੀ ਦੇ ਕੋਲੋਂ ਵਿਦਾ ਹੋਈਆਂ ਹਨ, ਆਪਣੇ ਸਦਨ ਗਏ ਸੁਖ ਪਾਏ। ਜਦੋਂ ਇਹ ਸੰਗਤਾਂ ਆਪੋ ਆਪਣਿਆਂ ਘਰਾਂ ਟਿਕਾਣਿਆਂ ਤੇ ਪਹੁੰਚੀਆਂ, ਪੁਨ ਸੰਚੈ ਹਥਿਆਰ ਕਰਾਏ। ਉਹਨੇ ਸਿੱਖ ਆਪਣੇ ਕੋਲ ਸ਼ਸਤਰ ਇਕੱਠੇ ਕਰਨ ਲੱਗੇ, ਚੰਗੇ ਚੰਗੇ ਵਧੀਆ ਵਧੀਆ ਸ਼ਸਤਰ ਉਹ ਤਿਆਰ ਕਰਵਾ ਕੇ ਆਪਣੇ ਕੋਲ ਰੱਖਣ ਲੱਗੇ। ਚੰਗੀਆਂ ਤਲਵਾਰਾਂ, ਚੰਗੀਆਂ ਚੰਗੀਆਂ ਢਾਲਾਂ, ਨੇਜੇ, ਬਰਛੇ, ਬਰਛੀਆਂ, ਤਬਰ, ਕਟਾਰਾਂ ਤੇ ਖੰਜਰ, ਬਿਛੂਏ, ਤਲਵਾਰਾਂ ਦੀਆਂ ਕਈ ਕਿਸਮਾਂ, ਬੰਦੂਕਾਂ। ਕਹਿੰਦੇ ਇਦਾਂ ਸਿੱਖ ਆਪੋ ਆਪਣੇ ਪਾਸ ਚੰਗੇ ਚੰਗੇ ਵਧੀਆ ਵਧੀਆ ਹਥਿਆਰ ਤੇ ਸ਼ਸਤਰ ਰੱਖਣ ਲੱਗੇ ਹਨ। ਸ਼ਸਤਰਧਾਰੀਆਂ ਦੀ ਕੌਮ ਹੈ ਇਹ ਖਾਲਸਾ ਪੰਥ। ਇਹ ਸ਼ਸਤਰਧਾਰੀਆਂ ਦਾ, ਸੂਰਬੀਰਾਂ ਦਾ, ਬਹਾਦਰਾਂ ਦਾ ਪੰਥ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਗੁਰਸਿੱਖ ਆਪੋ ਆਪਣਿਆਂ ਘਰਾਂ ਵਿੱਚ ਚੰਗੇ ਚੰਗੇ ਵਧੀਆ ਵਧੀਆ ਸ਼ਸਤਰ ਰੱਖਣ ਲੱਗੇ ਨੇ। ਢਿੱਲ ਆ ਰਹੀ ਹੈ ਸਿੱਖਾਂ ਦੇ ਵਿੱਚ, ਘਰ 'ਚ ਚੰਗਾ ਹਥਿਆਰ ਰੱਖਣ ਦੀ ਬਜਾਏ ਕਹਿੰਦੇ ਜੀ ਸਾਡਾ ਸੁਭਾਅ ਬੜਾ ਗੁੱਸੇ ਵਾਲਾ ਹੈ ਜੀ। ਕਈ ਵਾਰੀ ਗੁੱਸਾ ਆ ਜੇ ਤੇ ਕਿਤੇ ਉਹ ਸ਼ਸਤਰ ਤਲਵਾਰ ਜੀ ਅਸੀਂ ਆਪਣੇ ਘਰ ਦੇ ਕਿਸੇ ਜੀਅ ਤੇ ਹੀ ਨਾ ਚਲਾ ਦਈਏ। ਕਾਹਦਾ ਹੈ ਭਾਈ ਇਸ ਤਰ੍ਹਾਂ ਦਾ ਭੈ ਆਪਣੇ ਹਿਰਦੇ ਵਿੱਚ, ਵੀ ਇਸ ਭੈ ਕਰਕੇ ਆਪਣੇ ਘਰ 'ਚ ਕਈ ਸੱਜਣ ਸ਼ਸਤਰ ਨਹੀਂ ਰੱਖਦੇ। ਜੇ ਸਾਡਾ ਗੁੱਸੇ ਵਾਲਾ ਸੁਭਾਅ ਹੈ ਜੀ, ਜਾਂ ਅਕਸਰ ਬਹਾਨਾ ਹੁੰਦਾ ਜੀ ਸਾਡਾ BP ਵੱਧਦਾ ਹੈ ਜੀ, ਅਸੀਂ ਤਾਂ ਘਰ 'ਚ ਸ਼ਸਤਰ ਨਹੀਂ ਰੱਖਦੇ। ਜੇ ਕਿਸੇ ਬਾਹਰੋਂ ਦੂਸਰੇ ਦਾ BP ਵੱਧ ਕੇ ਆ ਗਿਆ ਸ਼ਸਤਰ ਲੈ ਕੇ, ਤੁਸੀਂ ਆਪਣੀ ਗੋਲੀ ਦਿਓਗੇ ਉਹਨੂੰ ਖਾਣ ਨੂੰ ਵੀ, ਆ ਲੈ ਬਲੱਡ ਪ੍ਰੈਸ਼ਰ ਦੀ ਗੋਲੀ ਖਾ ਲੈ। ਉੱਥੇ ਤੁਹਾਡੀ BP ਦੀ ਗੋਲੀ ਉਹਦੇ ਤੇ ਥੋੜੀ ਕੰਮ ਕਰਨੀ ਹੈ। ਉਹਦੇ ਵਾਸਤੇ ਤਾਂ ਫਿਰ ਤੁਹਾਡੇ ਕੋਲ ਵੀ ਸ਼ਸਤਰ ਹੋਵੇਗਾ, ਤਾਂ ਹੀ ਉਹਦਾ ਮੁਕਾਬਲਾ ਕਰ ਸਕੋਗੇ ਨਾ। ਇਹ ਕੋਈ ਬਹਾਨੇ ਹੀ ਹੁੰਦੇ ਨੇ ਜੀ ਅਸੀਂ ਤਾਂ ਨਹੀਂ ਰੱਖਦੇ ਜੀ, ਵੀ ਫਿਰ ਜੇ ਘਰ 'ਚ ਸੇਵਾ ਨਹੀਂ ਹੁੰਦੀ ਸ਼ਸਤਰਾਂ ਦੀ। ਸ਼ਸਤਰਾਂ ਨੇ ਤੁਹਾਡੀ ਸੇਵਾ ਕਰਨੀ ਹੈ ਲੋੜ ਪੈਣ ਤੇ। ਸਾਡਾ ਕਰਤੱਵ ਇਹੀ ਹੈ ਸ਼ਸਤਰ ਰੱਖਣੇ ਘਰ ਵਿੱਚ, ਚੰਗੇ ਚੰਗੇ ਵਧੀਆ ਵਧੀਆ ਸ਼ਸਤਰ।
ਅੱਜ ਵੀ ਤੁਸੀਂ ਹੈਦਰਾਬਾਦ ਜਾ ਕੇ ਵੇਖੋ ਸਿੰਘਾਂ ਦੇ ਘਰਾਂ ਵਿੱਚ, ਤੇ ਇੱਧਰ ਦੱਖਣ ਵਿੱਚ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦੇ ਘਰਾਂ ਵਿੱਚ ਹਰ ਇੱਕ ਸਿੱਖ ਦੇ ਘਰ ਚੰਗੇ ਚੰਗੇ ਸ਼ਸਤਰ ਨੇ। ਤੋ ਸਾਡੇ ਘਰਾਂ ਦੇ ਵਿੱਚ ਵੀ ਜੇ ਕੋਈ ਸ਼ਸਤਰ ਪਿਆ ਵੀ ਹੋਵੇ ਤਾਂ ਉਹ ਵੀ ਕਿਤੇ ਨਾ ਕਿਤੇ ਇਹੋ ਜਿਹੀ ਥਾਂ ਤੇ, ਜਾਂ ਫਿਰ ਉਹਦੀ ਸੇਵਾ ਸੰਭਾਲ ਹੀ ਨਹੀਂ ਹੁੰਦੀ। ਤੋ ਮਹਾਰਾਜ ਜੀ ਨੇ ਸੰਗਤ ਨੂੰ ਹੁਕਮ ਕੀਤਾ, ਕਹਿੰਦੇ ਤੁਹਾਡੀ ਜ਼ੁਬਾਨ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਜ਼ੁਬਾਨ ਨੂੰ ਸਮਝਦੇ ਆ, ਸਾਰੇ ਹੱਥ ਜੋੜਿਆਂ ਨੂੰ ਨਹੀਂ ਨਾ ਮੰਨਦੇ। ਹੁਣ ਕਿਸੇ ਨੂੰ ਆਹ ਜ਼ੁਬਾਨ ਵੀ ਕਹਿੰਦੇ ਸਮਝਾਣੀ ਪੈਂਦੀ, ਨਾਲੇ ਆਪਣੀ ਰਾਖੀ ਵਾਸਤੇ ਆ, ਕਿਸੇ ਨੂੰ ਮਾਰਨ ਲਈ ਥੋੜੀ ਆ। ਸਿੱਖ ਜਿਹੜਾ ਸ਼ਸਤਰ ਧਾਰਨ ਕਰਦਾ ਨਾ, ਉਹ ਆਪਣੀ ਸਵੈਂ ਰਾਖੀ ਲਈ ਹੈ, ਉਹ ਕਿਸੇ ਨੂੰ ਮਾਰਨ ਲਈ ਨਹੀਂ ਹੈ। ਆਪਣੀ ਰਾਖੀ ਲਈ ਆ, ਉਹ ਗਰੀਬ ਦੀ ਰਾਖੀ ਲਈ ਹੈ। ਜਰਵਾਣੇ ਦੀ ਭੱਖਿਆ, ਗਊ ਗਰੀਬ ਦੀ ਰੱਖਿਆ। ਮਹਾਰਾਜ ਜੀ ਨੇ 6ਵੇਂ ਪਾਤਸ਼ਾਹ ਨੇ ਇਹੀ ਬਚਨ ਕਹੇ ਸੀ ਨਾ ਵੀ ਇਹ ਤਲਵਾਰ ਜੇ ਅਸੀਂ ਧਾਰਨ ਕੀਤੀ, ਉਹ ਕਹਿੰਦਾ ਜੀ ਪੀਰ ਕੀ ਤੇ ਤਲਵਾਰ ਕੀ। ਮਹਾਰਾਜ ਕਹਿੰਦੇ ਜਰਵਾਣੇ ਦੀ ਭੱਖਿਆ ਔਰ ਗਊ ਗਰੀਬ ਕੀ ਰੱਖਿਆ, ਇਸ ਕਰਕੇ ਆਏ ਤਲਵਾਰ। ਤੋ ਸਿੱਖਾਂ ਨੇ ਘਰਾਂ ਵਿੱਚ ਚੰਗੇ ਚੰਗੇ ਵਧੀਆ ਵਧੀਆ ਹਥਿਆਰ ਤੇ ਸ਼ਸਤਰ ਉਹ ਇਕੱਠੇ ਕਰਕੇ ਰੱਖਣੇ ਸ਼ੁਰੂ ਕੀਤੇ ਨੇ। ਕਿਤਕ ਮਾਸ ਕੇ ਬਿਤੇ ਪਿਛਾਰੀ, ਕੁਝ ਕੁ ਮਹੀਨੇ ਜਦੋਂ ਫਿਰ ਬੀਤੇ, ਗੁਰ ਦਰਸ਼ਨ ਕੀ ਨਸ ਤਿਆਰੀ। ਦੀਵਾਲੀ ਦਾ ਮੇਲਾ ਆਇਆ, ਸੰਗਤ ਨੇ ਆਖਿਆ ਚਲੋ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਦੀਵਾਲੀ ਦੇ ਮੇਲੇ ਤੇ ਚੱਲੀਏ। ਤੋ ਬੇਅੰਤ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਦੋਂ ਚੱਲ ਕੇ ਆਏ, ਨਿਜ ਨਿਜ ਅੰਗਨ ਸ਼ਸਤਰ ਲਗਾਏ। ਹੁਣੇ ਜਿੰਨੀ ਸੰਗਤ ਆਈ ਸਾਰੇ ਆਪੋ ਆਪਣੇ ਸ਼ਸਤਰ ਧਾਰਨ ਕਰਕੇ ਆਏ। ਮਹਾਰਾਜ ਜੀ ਦਾ ਹੁਕਮ ਸੀ ਵੀ ਜਦੋਂ ਅਗਲੇ ਮੇਲੇ ਤੇ ਆਓ ਸ਼ਸਤਰ ਧਾਰਨ ਕਰਕੇ ਆਇਓ ਜੇ। ਤੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਗੁਰਸਿੱਖ ਆਪਣੇ ਗਾਤਰਿਆਂ ਵਿੱਚ ਸ਼੍ਰੀ ਸਾਹਿਬਾਂ ਤੇ ਹੋਰ ਹਥਿਆਰ ਸ਼ਸਤਰ ਧਾਰਨ ਕਰਕੇ ਆਏ। ਖੜਗ ਗਾਤਰੇ ਸਿਪਰ ਉਠਾਏ, ਗਾਤਰੇ ਵਿੱਚ ਤੇਗਾਂ ਨੇ, ਢਾਲਾਂ ਨੇ ਮੋਢਿਆਂ ਦੇ ਉੱਤੇ ਰੱਖੀਆਂ ਹੋਈਆਂ। ਕਿਨੋ ਤਰਕਸ਼ ਗਈ ਕਮਾਨ, ਕਿਸੇ ਨੇ ਮੋਢਿਆਂ ਤੇ ਤੀਰਾਂ ਦਾ ਭੱਥਾ ਤੇ ਹੱਥ ਵਿੱਚ ਕਮਾਨ ਫੜੀ ਹੋਈ ਹੈ। ਪੇਸ਼ ਕਬਜ਼ ਜਮਦਾੜ ਮਾਨ, ਆ ਜਿਹੜੇ ਛੋਟੇ ਸ਼ਸਤਰ ਹੁੰਦੇ ਆ ਕਮਰ ਕੱਸੇ ਦੇ, ਕਹਿੰਦੇ ਕਿਸੇ ਨੇ ਪੇਸ਼ ਕਬਜ਼, ਕਿਸੇ ਨੇ ਜਮਦਾੜ, ਕਿਸੇ ਨੇ ਇਸੇ ਤਰ੍ਹਾਂ ਕਟਾਰ। ਇਹ ਜਿਹੜੇ ਸ਼ਸਤਰ ਨੇ ਧਾਰਨ ਕੀਤੇ ਹੋਏ ਨੇ। ਸਮ ਸੈਨਾ ਕੇ ਸੰਗਤ ਹੋਈ, ਗੱਲ ਕੀ ਜਿੰਨੀ ਸੰਗਤ ਆਈ ਆ ਮਾਨੋ ਜਿਵੇਂ ਇੱਕ ਸੈਨਾ ਨਹੀਂ ਹੁੰਦੀ, ਫੌਜ ਆਏ ਹੋਵੇ ਤਿਆਰ ਹੋ ਕੇ, ਏਦਾਂ ਆਈ ਹੈ ਸੰਗਤ। ਗਮਨੀ ਮਗ ਦੇਖਤ ਸਭ ਕੋਈ, ਜਦੋਂ ਸੰਗਤ ਚੱਲ ਕੇ ਆਉਂਦੀ ਆ ਰਸਤੇ 'ਚ ਲੋਕ ਵੇਖਦੇ ਨੇ ਸਿੱਖਾਂ ਨੂੰ ਆਉਂਦਿਆਂ। ਹਿੰਦੂ ਤੁਰਕ ਅਲਪ ਜੇਰੇ, ਕਹਿੰਦੇ ਜੇ ਕੋਈ ਥੋੜੇ ਹਿੰਦੂ ਮੁਸਲਮਾਨ ਸਿੱਖਾਂ ਨੂੰ ਲੰਘਦਿਆਂ ਵੇ ਅੱਗੇ ਤੇ ਜਣਾ ਖੜਾ ਹੀ ਰੋਕ ਜਾਂਦਾ, ਰੋਕ ਲੈਂਦਾ ਸੀ, ਮਜ਼ਾਕ ਉਡਾਉਂਦਾ ਸੀ। ਹੁਣ ਜਦੋਂ ਸ਼ਸਤਰਧਾਰੀ ਸਿੱਖਾਂ ਨੂੰ ਵੇਖਦੇ ਆ, ਜੇ ਤੇ ਥੋੜੇ ਹੁੰਦੇ ਆ ਉਹ ਨਹੀਂ ਨੇੜੇ ਆਉਂਦੇ। ਕਹਿੰਦੇ ਰਹਿਣ ਦਿਓ, ਇਹਨਾਂ ਦੇ ਗਾਤਰੇ ਤਲਵਾਰਾਂ ਪਾਈਆਂ ਹੋਈਆਂ ਸ਼ਸਤਰਧਾਰੀ ਨੇ। ਉਹ ਕਈ ਤਾਂ ਵੇਖ ਕੇ ਆਪੇ ਹੀ ਰਾਹ ਛੱਡਣ ਲੱਗ ਪਏ, ਜਿਹੜੇ ਰਾਹ ਰੋਕਦੇ ਸੀ ਉਹ ਆਪੇ ਪਿੱਛੇ ਹਟਣ ਲੱਗ ਪਏ। ਤਰਾਸਤ ਹੋਏ ਸਕੇ ਨੇਰੇ, ਤਰਸਤ ਹੋ ਕੇ ਕਈ ਤਾਂ ਕਹਿੰਦੇ ਨੇੜੇ ਵੀ ਨਹੀਂ ਆ ਸਕੇ ਸੰਗਤ ਦੇ ਸਿੱਖਾਂ ਦੇ। ਜਿਸ ਤਲ ਬ੍ਰਿੰਦ ਹਿੰਦੂ ਕੈ ਤੁਰਕਾ, ਪਰ ਕਈ ਥਾਵਾਂ ਤੇ ਹਿੰਦੂ ਮੁਸਲਮਾਨਾਂ ਦੀ ਗਿਣਤੀ ਜਿੱਥੇ ਵੱਧ ਹੁੰਦੀ ਹੈ ਉਹ ਮਹਾ ਕਪਟੀ ਹੁੰਦੇ ਨੇ। ਤੈ ਰਣ ਕਰੇ ਧਾਰ ਬਲ ਗੁਰ ਕਾ, ਇੱਥੇ ਫਿਰ ਹੁਣ ਸਿੱਖਾਂ ਨੂੰ ਯੁੱਧ ਵੀ ਕਰਨਾ ਪਿਆ। ਕਈ ਥਾਵਾਂ ਤੇ ਝੜਪਾਂ ਵੀ ਹੋਈਆਂ। ਜਿੱਥੇ ਝੜਪਾਂ ਹੋਈਆਂ ਉੱਥੇ ਫਿਰ ਤਲਵਾਰਾਂ ਲੈ ਕੇ ਸਿੱਖ ਲੜਦੇ ਨੇ, ਜੂਝਦੇ ਨੇ, ਜੰਗ ਕਰਦੇ ਸਤਿਗੁਰਾਂ ਦਾ ਨਾਮ ਲੈ ਕੇ। ਏਤਕ ਸਿੱਖ ਮਰੇ ਲੜ ਤਹਾਂ, ਹੁਣ ਇਸ ਜਦੋਂ ਲੜਾਈ ਹੁੰਦੀ ਹੈ ਫਿਰ ਲੜਾਈ ਵਿੱਚ ਸ਼ਹੀਦੀਆਂ ਵੀ ਹੁੰਦੀਆਂ ਨੇ। ਏਦਾਂ ਲੜਦਿਆਂ ਕੁਝ ਸਿੱਖ ਸ਼ਹੀਦੀਆਂ ਪਾ ਕੇ ਕਈਆਂ ਨੂੰ ਝਟਕਿਆ ਵੀ। ਹਿੰਦੂ ਤੁਰਕ ਹਤੇ ਨਰ ਜਹਾਂ, ਕਹਿੰਦੇ ਬਹੁਤ ਸਾਰੇ ਹਿੰਦੂ ਤੁਰਕ ਵੀ ਰਸਤੇ ਦੇ ਵਿੱਚ ਸਿੱਖਾਂ ਨਾਲ ਲੜਦਿਆਂ ਮਾਰੇ ਗਏ। ਏਤਕ ਕਾਇਲ ਗ੍ਰਾਮਨ ਛੋਰੇ, ਕਈ ਸਿੱਖ ਜ਼ਖਮੀ ਹਾਲਤ ਵਿੱਚ ਜਿਹੜੇ ਚੱਲ ਨਹੀਂ ਸੀ ਸਕਦੇ, ਉਹਨਾਂ ਨੂੰ ਰਸਤੇ ਵਿੱਚ ਕੋਈ ਸਿੱਖਾਂ ਦਾ ਪਿੰਡ ਆਉਂਦਾ ਹੈ, ਉੱਥੇ ਛੱਡ ਕੇ ਵੀ ਇਹਨਾਂ ਦੀ ਤੁਸੀਂ ਮਲਮ ਪੱਟੀ ਕਰੋ
ਜਦੋਂ ਰਾਜੀ ਹੋ ਜਾਣਗੇ ਫਿਰ ਲੈ ਆਵਾਂਗੇ ਇਹਨਾਂ ਨੂੰ ਨਾਲ। ਬਚੇ ਸੋ ਆਏ ਸ੍ਰੀ ਗੁਰ ਓਰੇ। ਇਦਾਂ ਜਿਹੜੇ ਬਚ ਗਏ ਉਹ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਆਏ। ਪਹੁੰਚੇ ਪੁਰ ਆਨੰਦ ਗੁਰ ਦਰਸੇ। ਆ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਧਰੇ ਹਰਖ ਪਗ ਪੰਕਜ ਪਰਸੇ। ਬੜੀ ਖੁਸ਼ੀ ਨਾਲ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਸਿੱਖ ਪਰਸਦੇ ਹਨ। ਜਿਮ ਮਾਰਗ ਮੈਂ ਮਚੀ ਲੜਾਈ। ਰਸਤੇ ਵਿੱਚ ਜੋ ਹੋਇਆ, ਜਿਵੇਂ ਲੜਾਈ ਹੋਈ ਆ, ਰਸਤੇ 'ਚ ਯੁੱਧ ਹੋਇਆ, ਉਹ ਸਿੱਖ ਸਤਿਗੁਰੂ ਕਲਗੀਧਰ ਜੀ ਨੂੰ ਦੱਸਦੇ ਨੇ। ਸਗਰੀ ਸਤਿਗੁਰ ਨਿਕਟ ਸੁਨਾਈ। ਸਤਿਗੁਰੂ ਜੀ ਦੇ ਪਾਸ ਆਪਣੇ ਰਸਤੇ ਦੀ ਸਾਰੀ ਵਿਥਿਆ, ਰਾਹ ਪੈਂਡੇ ਦਾ ਜਿਤਨਾ ਵੀ ਪ੍ਰਸੰਗ ਹੈ, ਉਹ ਕਲਗੀਧਰ ਜੀ ਮਹਾਰਾਜ ਜੀ ਨੂੰ ਸਿੱਖ ਸੁਣਾਉਂਦੇ ਹਨ। ਸੁਨ ਸ਼੍ਰੀ ਕਲਗੀਧਰ ਅਰਖਾਏ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਆਖਿਆ ਸ਼ਸਤਰ ਧਾਰੀ ਸੂਰਮੇ ਹੋ ਤੁਸੀਂ, ਜੋ ਸ਼ਸਤਰ ਧਾਰਨ ਕਰਕੇ ਮਰਿਆਦਾ ਹੁੰਦੀ ਹੈ ਉਹਦੀ ਤੁਸੀਂ ਪਾਲਣਾ ਕੀਤੀ ਹੈ। ਸਿੱਖਨ ਕੇ ਉਤਸ਼ਾਹ ਵਧਾਏ। ਸਿੱਖਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਨੇ ਉਤਸ਼ਾਹ ਵਧਾਇਆ। ਉਹਨਾਂ ਆਖਿਆ ਭਾਈ ਸ਼ਹੀਦ ਹੋਏ ਨੇ ਉਹ ਮੁਕਤ ਹੋ ਗਏ ਹਨ, ਜ਼ਖਮੀ ਫਿਰ ਰਾਜੀ ਹੋ ਜਾਣਗੇ। ਤੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਹਨਾਂ ਨੂੰ ਉਤਸ਼ਾਹ ਦਿੱਤਾ। ਆਖਿਆ ਇੱਕ ਦੋ ਵਾਰੀ ਤਾਂ ਝੜਪਾਂ ਹੋਣੀਆਂ ਸੀ, ਪਰ ਜਦੋਂ ਅੱਗੋਂ ਸ਼ਸਤਰ ਲੈ ਕੇ ਪਾਓਗੇ ਆਪੇ ਹਟ ਜਾਣਗੇ ਪਿੱਛੇ, ਮੁੜ ਕੇ ਨਹੀਂ ਹੁਣ ਤੁਹਾਡਾ ਰਾਹ ਰੋਕਣ ਲੱਗੇ। ਇਮਈ ਸ਼ਤੁਰਨ ਸੋ ਬਨ ਆਵੇ। ਮਹਾਰਾਜ ਜੀ ਕਹਿੰਦੇ ਜਿਹੜਾ ਦੁਸ਼ਮਣ ਇਹ ਬੋਲੀ ਸਮਝਦਾ ਉਹਨੂੰ ਇਦਾਂ ਹੀ ਸਮਝਾਣੀ ਪੈਂਦੀ ਹੈ। ਜਿਹੜਾ ਇਹੀ ਬੋਲੀ ਸਮਝਦਾ ਹੈ, ਜਿਵੇਂ ਕਹਾਵਤ ਆ ਨਾ, ਬਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੁੰਦਾ, ਫਿਰ ਉਹਨਾਂ ਨੂੰ ਇਹੀ ਬੋਲੀ ਵਿੱਚ ਸਮਝਾਉਣਾ ਪੈਂਦਾ ਦੁਸ਼ਮਣਾਂ ਨੂੰ। ਡਰੇ ਬੋਰ ਨੇ ਨਰ ਕਰਾਵੇ। ਕਹਿੰਦੇ ਹੁਣ ਅੱਗੇ ਇੰਨਾ ਭੈ ਭੀਤ ਹੋਣਗੇ, ਤੁਹਾਡਾ ਰਾਹ ਨਹੀਂ ਰੋਕਣਗੇ ਅੱਗੇ ਆ ਕੇ, ਹੁਣ ਇਹ ਤੁਹਾਡੇ ਰਸਤੇ 'ਚ ਨਹੀਂ ਖਲੋਣਗੇ ਆ ਕੇ। ਆਪਣੋ ਦਾਓ ਘਾਓ ਸੰਭਾਰੋ। ਮਹਾਰਾਜ ਜੀ ਕਹਿੰਦੇ ਆਪਣਾ ਦਾਓ ਘਾਓ ਸੰਭਾਲ ਕੇ ਚੱਲੋ, ਐਨ ਸਾਵਧਾਨੀ ਨਾਲ। ਜਿੱਥੇ ਵੀ ਜਾਣਾ ਲੰਘਣਾ, ਢਿੱਲ ਮੱਠ ਨਾਲ ਨਹੀਂ ਲੰਘਣਾ, ਤਿਆਰ ਬਰ ਤਿਆਰ ਹੋ ਕੇ ਲੰਘਣਾ, ਸਾਵਧਾਨੀ ਨਾਲ। ਜੰਗ ਦੇ ਵਿੱਚ ਦਾ ਨੀਤੀਆਂ ਵੀ ਚੱਲਦੀਆਂ ਨੇ, ਉਹ ਦਾ ਪੇਚ ਵੀ ਮਹਾਰਾਜ ਜੀ ਇਹਨਾਂ ਨੂੰ ਸਿੱਖਾਂ ਨੂੰ ਸਿਖਾਉਂਦੇ ਆ ਕਲਗੀਧਰ ਪਾਤਸ਼ਾਹ, ਵੀ ਜੇ ਇਦਾਂ ਕਿਤੇ ਭੇੜ ਹੋਵੇ ਪਿੰਡਾਂ ਨਗਰਾਂ ਵਿੱਚ, ਬਾਹਰ ਖੁੱਲੇ 'ਚ ਨਹੀਂ ਲੜਨਾ, ਪਿੰਡ ਦੇ ਵਿੱਚ ਜਾ ਪਹੁੰਚਣਾ ਉਹਨਾਂ ਦੇ ਕੋਲ। ਜਦੋਂ ਪਿੰਡ ਦੇ ਵਿੱਚ ਹੋਣਗੇ ਘਰਾਂ ਦੇ ਵਿੱਚ ਤੇ ਉਹਨਾਂ ਨੂੰ ਲੜਨਾ ਔਖਾ ਹੋਵੇਗਾ, ਮੈਦਾਨ ਵਿੱਚ ਆਉਣਗੇ ਜ਼ਿਆਦਾ ਵਾਧਾ ਵੱਧਦਾ ਹੈ। ਤੋ ਇਦਾਂ ਦੇ ਮਹਾਰਾਜ ਜੀ ਦਾ ਪੇਚ ਵੀ ਸੰਗਤ ਨੂੰ ਸਿਖਾਉਂਦੇ ਨੇ ਲੜਨ ਦੇ। ਕਰੇ ਵਧੀਕੀ ਸ਼ਸਤਰ ਪ੍ਰਹਾਰੋ। ਮਹਾਰਾਜ ਜੀ ਕਹਿੰਦੇ ਜੇ ਕੋਈ ਸਿਰੇ ਹੀ ਚੜ ਜਾਏ, ਬਹੁਤੀ ਵਧੀਕੀ ਕਰੇ, ਫਿਰ ਸ਼ਸਤਰ ਚਲਾਉਣਾ, ਬਾਹਰ ਚਲਦਿਆਂ ਤੱਕ ਸ਼ਸਤਰ ਨਹੀਂ ਚਲਾਉਣਾ। ਜਦੋਂ ਤੱਕ ਵੇਖੋ ਵੀ ਹੁਣ ਸ਼ਸਤਰ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ ਹੈ, ਹੁਣ ਕੋਈ ਵਾਹ ਚੱਲਦੀ ਨਹੀਂ ਹੈ, ਫਿਰ ਸ਼ਸਤਰ ਚਲਾਉਣਾ। ਸੁਨ ਸਤਿਗੁਰ ਤੇ ਸਿੱਖਿਆ ਸਾਰੇ। ਇਦਾਂ ਸਤਿਗੁਰੂ ਕਲਗੀਧਰ ਜੀ ਦੇ ਪਾਸੋਂ ਇਹ ਸੰਗਤ, ਇਹ ਸਿੱਖ ਸਿੱਖਿਆ ਸੁਣਦੇ ਨੇ। ਸਬਨ ਸਿੱਖ ਗਨ ਸ਼ਸਤਰ ਸੰਭਾਰੇ। ਹੌਲੇ ਹੌਲੇ ਕਰਕੇ ਜਿਨ੍ਹਾਂ ਸਿੱਖਾਂ ਨੇ ਸ਼ਸਤਰ ਨਹੀਂ ਸੀ ਧਾਰਨ ਕੀਤੇ, ਉਹ ਵੀ ਧਾਰਨ ਕਰਨ ਲੱਗ ਪਏ। ਕੁਝ ਕਾਂ ਨੂੰ ਸਤਿਗੁਰਾਂ ਦੇ ਖਜ਼ਾਨੇ 'ਚੋਂ ਸ਼ਸਤਰ ਮਿਲੇ ਨੇ, ਤੋ ਇਸ ਤਰ੍ਹਾਂ ਸਾਰੇ ਸ਼ਸਤਰ ਧਾਰੀ ਹੋਣ ਲੱਗੇ ਹਨ। ਆਵੇਂ ਦਰਸ਼ਨ ਕੀ ਕਰ ਆਸਾ। ਜਿੰਨੀ ਵੀ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਆਸ ਰੱਖ ਕੇ ਆਉਂਦੀ ਹੈ, ਨਹੀਂ ਕਾਲ ਕੋ ਤਾਰੇ ਤਰਾਸਾ। ਉਹ ਰਸਤੇ ਦਾ ਕਾਲ ਦਾ ਕੋਈ ਭੈ ਨਹੀਂ ਮੰਨਦੇ, ਉਹ ਡਰ ਨਹੀਂ ਮੰਨਦੇ। ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਿਆਂ ਜੇ ਰਸਤੇ ਵਿੱਚ ਲੜ ਕੇ ਸ਼ਹੀਦੀਆਂ ਵੀ ਪਾਉਣੀਆਂ ਪੈਣ ਤਾਂ ਕੋਈ ਗੱਲ ਨਹੀਂ, ਸਾਡਾ ਮਰਨਾ ਸਫਲ ਹੋ ਜਾਏਗਾ। ਕਾਲ ਦਾ ਭੈ ਨਹੀਂ ਰੱਖਦੇ ਯੋਧੇ, ਕਾਲ ਦੇ ਭੈ ਤੋਂ ਬਿਨਾਂ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੇ ਹੈ। ਪਾਤਸ਼ਾਹ ਦੇ ਜੰਗ ਵਿੱਚ ਲੜਨ ਵਾਲੇ ਗੁਰਦੇਵ ਦੇ ਜਿਤਨੇ ਯੋਧੇ ਖਾਲਸਾ ਜੀ, ਉਹ ਰਣ ਭੂਮੀ ਦੇ ਵਿੱਚ ਜਦੋਂ ਵੀ ਲੜੇ ਨੇ, ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਲੜੇ ਨੇ। ਉਹਨਾਂ ਆਖਿਆ ਜੇ ਮਰਾਂਗੇ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ,
ਤੇ ਜੇ ਜਿਉਂਦੇ ਰਹਾਂਗੇ ਤਾਂ ਵੀ ਉਹਨਾਂ ਦੀ ਕਿਰਪਾ ਹੋਵੇਗੀ। ਸਾਡੇ ਦੋਵਾਂ ਹੀ ਹੱਥਾਂ ਵਿੱਚ ਲੱਡੂ ਨੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਦਇਆ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿੰਨੇ ਸਿੱਖ ਹੋਰ ਵੀ ਆਉਂਦੇ ਨੇ ਦਰਸ਼ਨਾਂ ਨੂੰ, ਸ਼ਸਤਰ ਧਾਰਨ ਕਰਕੇ ਆਉਂਦੇ ਨੇ। ਅਪਰ ਤੀਨ ਦਿਸ਼ ਕੇ ਨਾਰੇ ਆਏ। ਇਹ ਤਾਂ ਸੀ ਪੱਛਮ ਦਿਸ਼ਾ। ਬਾਕੀ ਜਿਹੜੀਆਂ 3 ਦਿਸ਼ਾਵਾਂ ਨੇ, ਯਾਨੀ ਕਿ ਉੱਤਰ, ਦੱਖਣ ਤੇ ਪੂਰਬ, ਉਧਰੋਂ ਵੀ ਸਿੱਖ ਚੱਲ ਕੇ ਆਏ ਨੇ। ਸੈਨਾ ਕੇ ਸਮ ਸ਼ਸਤਰ ਸਜਾਏ। ਉਹ ਵੀ ਸਾਰੇ ਸ਼ਸਤਰ ਧਾਰੀ ਹੋ ਕੇ ਆਉਂ। ਉਹਨਾਂ ਨੂੰ ਇੰਨੀ ਦਿੱਕਤ ਨਹੀਂ ਆਉਂਦੀ ਜਿੰਨੀ ਇਹਨਾਂ ਨੂੰ ਆਉਂਦੀ ਇਧਰੋਂ ਪੱਛਮ ਦਿਸ਼ਾ ਵਾਲੇ ਪਾਸਿਓਂ ਆਉਂਦੇ ਆ। ਤੋ ਬਾਕੀ ਵੀ ਜਿਹੜੀ ਸੰਗਤ ਆਈ ਆ ਉੱਤਰ ਤੋਂ, ਦੱਖਣ ਤੋਂ, ਜਾਂ ਇਧਰੋਂ ਚੜ੍ਹਦੇ ਵਾਲੇ ਪਾਸਿਓਂ, ਉਧਰੋਂ ਵੀ ਸਾਰੀਆਂ ਸੰਗਤਾਂ ਸ਼ਸਤਰ ਧਾਰੀ ਹੋ ਕੇ, ਜਿਵੇਂ ਕੋਈ ਸੈਨਾ ਜਾਂਦੀ ਆ ਨਾ, ਫੌਜਾਂ ਜਾਂਦੀਆਂ ਨੇ, ਇਦਾਂ ਚੱਲ ਕੇ ਆਏ ਨੇ। ਪੇ ਇਕੱਤਰ ਸਿੱਖ ਪশ্ਚਮ ਵਾਸੀ। ਇਦਾਂ ਪੱਛਮ ਦਿਸ਼ਾ ਦੇ ਬਹੁਤ ਸਾਰੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਆ ਕੇ ਇਕੱਠੇ ਹੋਏ। ਖੜਗ ਸਿਪਰ ਰਾਖੇ ਨਿਜ ਪਾਸੀ। ਉਹ ਜਿੰਨੇ ਸਿੱਖ ਨੇ ਹੁਣ ਉੱਥੇ ਆਪਣੇ ਪਿੰਡਾਂ ਘਰਾਂ ਵਿੱਚ ਵੀ ਵਿਚਰਦਿਆਂ ਆਪਣੇ ਗਾਤਰੇ, ਤਲਵਾਰਾਂ ਤੇ ਢਾਲਾਂ ਰੱਖਦੇ ਨੇ। ਬ੍ਰਿੰਦ ਬ੍ਰਿੰਦੋਏ ਆਵਤ ਮਗ ਮੈਂ। ਇਦਾਂ ਇਕੱਠੇ ਹੋ ਕੇ, ਹੁਣ ਕੱਲੇ ਦੁਕੱਲੇ ਨਹੀਂ ਆਉਂਦੇ, 100 200 ਸਿੱਖ ਇਕੱਠੇ ਹੋ ਕੇ, ਤਿਆਰ ਬਰ ਤਿਆਰ ਹੋ ਕੇ, 400 500 ਸਿੱਖ ਇਕੱਠੇ ਹੋ ਕੇ, ਕੋਈ ਜਿੰਨੇ ਇਕੱਠੇ ਹੋ ਕੇ ਚੱਲਣਗੇ ਉਹਨਾਂ ਇਹਨਾਂ ਦਾ ਨੁਕਸਾਨ ਘੱਟ ਹੋਵੇਗਾ, ਦੁਸ਼ਮਣ ਨੂੰ ਭੈ ਹੋਵੇਗਾ ਵੱਧ ਗਿਣਤੀ ਦਾ। ਤੋ ਇਸ ਤਰ੍ਹਾਂ ਸਿੱਖ ਸ਼ਸਤਰ ਧਾਰੀ ਹੋ ਕੇ ਇਕੱਠੇ ਹੋ ਕੇ ਆਉਂਦੇ ਨੇ। ਸਿੱਖ ਸੂਰਮੇ ਬਿਦਤੇ ਜਗ ਮੈਂ। ਹੁਣ ਸਿੱਖਾਂ ਦੀ ਸੂਰਮਤਾਈ ਦੇ ਜਿਹੜੇ ਕਿੱਸੇ ਨੇ ਉਹ ਜਗਤ ਵਿੱਚ ਵਿਦਿਤ ਹੋਣ ਲੱਗੇ ਨੇ। ਜਦੋਂ ਲੜਦੇ, ਕਈ ਪਿੰਡਾਂ 'ਚ ਜੰਗ ਯੁੱਧ ਹੁੰਦੇ, ਸਿੱਖ ਸੂਰਬੀਰਤਾ ਨਾਲ ਲੜਦੇ ਨੇ, ਤਾਂ ਉਹਨਾਂ ਦੀ ਸੂਰਬੀਰਤਾ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਚੱਲਣ ਲੱਗੀਆਂ ਨੇ। ਲੋਕ ਗੱਲਾਂ ਬਾਤਾਂ ਕਰਨ ਲੱਗੇ ਨੇ ਵੀ ਆਹ ਜਿਹੜੇ ਸਿੱਖ ਜਿਨ੍ਹਾਂ ਨੂੰ ਅਸੀਂ ਵੇਖ ਕੇ ਮਖੌਲ ਉਡਾਉਂਦੇ, ਇਹ ਤਾਂ ਬੜੇ ਸੂਰਮੇ ਨੇ, ਇਹ ਤਾਂ ਮਰਨ ਦਾ ਭੈ ਨਹੀਂ ਰੱਖਦੇ, ਇਹ ਤਾਂ ਯੋਧੇ ਨੇ। ਤੋ ਇਦਾਂ ਸੂਰਮਿਆਂ ਦੀ ਸੰਗਤ ਦੀ ਜਿਹੜੀ ਗੁਰੂ ਸਾਹਿਬ ਦੇ ਸਿੱਖ ਨੇ, ਉਹਨਾਂ ਦੀ ਇੱਕ ਇਮੇਜ ਇਦਾਂ ਦੀ ਵੀ ਨਜ਼ਰ ਆਉਣ ਲੱਗੀ ਹੈ ਲੋਕਾਂ ਵਿੱਚ ਕਿ ਇਹ ਸੂਰਮਿਆਂ ਦੇ ਕੌਮ ਹੈ, ਇਹ ਬਹਾਦਰਾਂ ਦੀ ਕੌਮ ਹੈ, ਯੋਧਿਆਂ ਦੀ ਕੌਮ ਹੈ। ਕਰਤ ਭਜਨ ਕੋ ਪ੍ਰੇਮ ਵਧਾਵੇ। ਔਰ ਕਹਿੰਦੇ ਜਿੰਨੇ ਸਿੱਖ ਸ਼ਸਤਰ ਧਾਰੀ ਹੋਏ ਨੇ ਉਹਨਾਂ ਨੇ ਭਜਨ ਨਹੀਂ ਛੱਡਿਆ। ਗਾਤਰੇ ਤਲਵਾਰਾਂ ਨੇ, ਭਜਨ ਫਿਰ ਵੀ ਉਸੇ ਤਰ੍ਹਾਂ ਕਰਦੇ ਆਉਂਦੇ ਆ। ਕੀਰਤਨ ਕਰਦੇ, ਗੁਰਬਾਣੀ ਪੜ੍ਹਦੇ ਤੇ ਗੁਰੂ ਸਾਹਿਬ ਪ੍ਰਤੀ ਪ੍ਰੇਮ ਵਧਾਉਂਦੇ ਨੇ। ਚਾਪੇ ਪਗ ਜੋ ਮਗ ਥੱਕ ਜਾਵੇ। ਗੁਰਸਿੱਖਾਂ ਵਿੱਚ ਆਪਸ ਵਿੱਚ ਬੜੀ ਪ੍ਰੀਤ ਹੈ, ਪ੍ਰੇਮ ਹੈ। ਜੋ ਪ੍ਰੀਤ ਅੱਜ ਕੱਲ੍ਹ ਸਾਡੇ ਸਿੱਖਾਂ ਦੇ ਵਿੱਚ ਸਾਨੂੰ ਵੇਖਣ ਦੇ ਵਿੱਚ ਸੀਮਤ ਨਜ਼ਰ ਆਉਂਦੀ ਹੈ, ਖਤਮ ਨਹੀਂ ਹੁੰਦੀ। ਕਿਸੇ ਕੋਈ ਵੀ ਚੀਜ਼ ਬੀਜ ਨਾਸ ਨਹੀਂ ਹੁੰਦਾ, ਪਰ ਉਸ ਵੇਲੇ ਦੇ ਸਿੱਖਾਂ 'ਚ ਤੇ ਅੱਜ ਦੇ ਸਿੱਖਾਂ ਵਿੱਚ ਜਿਹੜੀ ਆਪੋ ਵਿੱਚ ਸਾਂਝੀਵਾਲਤਾ ਸੀ, ਭਾਈਚਾਰਕ ਸਾਂਝ ਸੀ, ਪ੍ਰੀਤ ਦੀ, ਗੁਰਸਿੱਖੀ ਦਾ, ਗੁਰਸਿੱਖੀ ਦੇ ਨਾਲ ਜਿਹੜਾ ਇਹੋ ਜਿਹਾ ਨਾਤਾ ਸੀ, ਉਹ ਅੱਜ ਕਿਤੇ ਕਿਤੇ ਸਾਨੂੰ ਇਦਾਂ ਪ੍ਰਤੀਤ ਹੁੰਦਾ ਵੀ ਧੁੰਦਲਾ ਜਿਹਾ ਪੈ ਰਿਹਾ ਹੈ। ਉਹ ਗੁਰਸਿੱਖ ਕਿਵੇਂ ਆਪੋ 'ਚ ਪ੍ਰੇਮ ਭਾਵ ਨਾਲ ਵਿਚਰਦੇ ਨੇ, ਉਹ ਕਥਾ ਆਪ ਦੀਆਂ ਗੱਲਾਂ ਪਰ ਕਰੋਗੇ। ਉਧਰ ਕੇਸ਼ਵਦਾਸ ਪੰਡਤ, ਉਹ ਵੀ ਕਲਗੀਧਰ ਜੀ ਨੂੰ ਆ ਕੇ ਮਿਲ ਰਿਹਾ ਹੈ। ਉਹ ਕਥਾ ਆਪ ਦੀਆਂ ਗੱਲਾਂ ਪ੍ਰਸੰਗਾਂ ਵਿੱਚ ਗੁਰਦੇਵ ਦਾ ਪਵਿੱਤਰ ਜਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ।